सो सिख सखा बंधप है भाई, जे गुर के भाणे विच आवै। अपने भाणे जो चलै भाई, विछुड़ चोटा खावै। सो सिख सखा बंधप है भाई, जे गुर के भाणे विच आवै। अपने भाणे जो चलै भाई, विछुड़ चोटा खावै। बिन सतगुर सुख कदे न पावै भाई, फिर पछुतावै। हर के दास सुहेले भाई, जन्म जन्म के किल बिख दुख काटे। आपे मेल मिलाई रहाओ, एह कुटुंब सब जी के बंधन भाई। भरम भुला संसारा, बिन गुर बंधन टूटह नाही। गुरमुख मोख द्वारा, कर्म करहै गुर शब्द न पछाणहै। मर जन्मह वारो वारा, हाउ मेरा जग पलच रहिया भाई। कोई न किसही केरा, गुरमुख महल पायन गुण गावन। निज घर होए बसेरा, ऐथै बूझै सोय आप पछाणै। हर प्रभ है तिस केरा, सतगुरु सदा दयाल है भाई। विण भागां क्या पाइयै, एक नदर कर वेखै सब ऊपर। जेहा भाव तेहा फल पाइयै, नानक नाम वसै मन अंतर। विचों आप गवाइयै, एक नदर कर वेखै सब ऊपर। जेहा भाव तेहा फल पाइयै, नानक नाम वसै मन अंतर। विचों आप गवाइयै। वाहिगुरु जी का खालसा, वाहिगुरु जी की फतेह। सतगुरु पातशाह साहिब जी दे पावन दरबार दीयां हाज़रियां भरदे आ। गुरु पातशाह साहिब जी दे अपने ही निज पावन स्वरूप शब्द नाल चित ला के, जद आप सावधान ते इकाग्र चीत होए, जुड़ मिल बैठे हो। पातशाह गुरुदेव जी दियां बेअंत महरहमतां ते वडियाइयां जो सत संगत विच सदा वरतदियां ने, आप उन्हां दे सांझी ते धारणी होए। किरपालता करना, अपने निर्मल हिरदे चों अरदास करना, जो गुरु पातशाह साहिब जी रहमत करना। पावन शब्द दी विचार, बोलण दा ताण ਅਤੇ ਵਿਚਾਰ ਦਾ ਪ੍ਰਵਾਹ ਬਖਸ਼ਾਂ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੀ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਸੰਪੂਰਨ ਰਹਿਣ ਆਪਣੇ ਪਿਆਰ ਤੇ ਭਾਣੇ ਵਿੱਚ ਬਤੀਤ ਕਰਾਈ ਹੈ।
ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਤੇ ਇਸ ਵਕਤ ਆਪਣੇ ਹੀ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸੱਚੇ ਸਾਹਿਬ ਦੀ ਬਖਸ਼ਿਸ਼ ਦਾ ਦਰ ਖੁੱਲ੍ਹਿਆ, ਸਾਡੇ ਵਾਸਤੇ ਉਪਦੇਸ਼ ਪ੍ਰਾਪਤ ਹੋਇਆ, ਸਾਨੂੰ ਅਰਦਾਸ ਕਰਨ ਦੀ ਜੁਗਤ ਮਿਲੀ, ਇੱਕ ਵਿਸ਼ਵਾਸ ਕਰਨ ਦਾ ਤਰੀਕਾ ਮਿਲਿਆ। ਅਸੀਂ ਵੀ ਕਿਤੇ ਕਹਿ ਸਕੀਏ, ਸੱਚੇ ਪਾਤਸ਼ਾਹ ਕਿਸ ਹੀ ਕੋਈ ਕੋਏ, ਮੰਝ ਨਿਵਾਣੀ ਇੱਕ ਤੂੰ। ਫਿਰ ਨਾਲ ਗਿਆਨ ਹੈ, ਕਿਉਂ ਨਾ ਮਰੀ ਜੈ ਰੋਏ, ਜਾਲਕ ਚੇਤਨ ਆਵੇ, ਜਾਂ ਸੁਖ ਤਾਂ ਸ਼ਹੁਰਾਵਿਓ, ਦੁੱਖ ਭੀ ਸੰਭਾਲੇ ਹੋਏ, ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ ਹੋਵੇ। ਸਾਰੇ ਹੀ ਗੱਲਾਂ ਤੇ ਖੁੱਲ੍ਹ ਕੇ ਕਹਿ ਦਿੰਦੇ ਨੇ, ਪਰ ਅਸੀਂ ਹਾਂ ਕਿ ਨਾਦਾਨ ਹਾਂ। ਜੇ ਥੋੜ੍ਹੀ ਬਹੁਤੀ ਸਮਝ ਹੈ ਤੇ ਸਾਡੇ ਕੋਲ ਬਲ ਨਹੀਂ ਗਾ ਇਹਨਾਂ ਉੱਤਮ ਵਿਚਾਰਾਂ 'ਤੇ ਪਹਿਰਾ ਦੇ ਸਕੀਏ। ਕੁਝ ਗੱਲਾਂ ਹੌਲੀ ਹੌਲੀ ਸਮਝ ਵਿੱਚ ਆ ਜਾਂਦੀਆਂ ਨੇ, ਪਰ ਜਿਉਂ-ਜਿਉਂ ਸਮਝ ਆਉਂਦੇ ਤਿਉਂ-ਤਿਉਂ ਵੇਖੀਦਾ ਆਪਣੇ ਆਪ ਨੂੰ ਕਿ ਬਲ ਨਹੀਂ ਹੈ, ਅਤੇ ਬਲਹੀਨ ਵਿਅਕਤੀ ਚਾਹ ਕੇ ਵੀ ਕੁਝ ਕਰ ਨਹੀਂ ਪਾਉਂਦਾ। ਭਾਵੇਂ ਉਹ ਸਰੀਰਕ ਤੌਰ 'ਤੇ ਕਮਜ਼ੋਰ ਹੋਵੇ, ਭਾਵੇਂ ਉਹ ਆਰਥਿਕ ਤੌਰ 'ਤੇ ਕਮਜ਼ੋਰ ਹੋਵੇ, ਅਤੇ ਭਾਵੇਂ ਉਹ ਮਾਨਸਿਕ ਤੌਰ 'ਤੇ ਕਮਜ਼ੋਰ ਹੋਵੇ। ਕਮਜ਼ੋਰ ਵਿਅਕਤੀ ਚਾਹੁੰਦਾ ਹੈ ਮੈਂ ਕੁਛ ਕਰਾਂ, ਪਰ ਕੀ ਕਰੇ, ਸਮਰੱਥਾ ਨਹੀਂ ਹੈ। ਸਾਨੂੰ ਚਾਹੁੰਦੇ ਹਾਂ ਬਹੁਤ ਕੁਝ ਕਰੀਏ, ਪਰ ਸਮਰੱਥਾ ਨਹੀਂ ਹੈ। ਸਾਡੇ ਜੋ ਭਾਵ ਦੇ ਹੱਥ ਨੇ ਕਮਜ਼ੋਰ ਨੇ, ਅਤੇ ਭਾਵ ਦੇ ਹੱਥਾਂ ਦੇ ਨਾਲ ਜੋ ਸਾਡੇ ਕੋਲ ਤਾਣ ਚਾਹੀਦਾ ਉਹ ਕਮਜ਼ੋਰ ਹੈ, ਨਹੀਂ ਚੁੱਕਿਆ ਜਾਂਦਾ। ਆ ਹੌਲੀ ਹੌਲੀ ਜਪ, ਸਿਮਰਨ, ਪਾਠ, ਵਿਚਾਰ ਇਹ ਅੰਦਰੂਨੀ ਖੁਰਾਕ ਹੈ, ਭੋਜਨ ਹੈ। ਪਰ ਕਿਉਂਕਿ ਅਸੀਂ ਓਨਾ ਕੁ ਖਾਂਦੇ ਹਾਂ, ਓਨਾ ਹੀ ਹੰਡਾਉਂਦੇ ਜਿੰਨਾ ਨਾਲੋਂ ਨਾਲ ਖਰਚ ਹੁੰਦਾ ਹੈ। ਅਸੀਂ ਤਾਂ ਬਸ ਜੀ ਰਹੇ ਹਾਂ, ਸਰਵਾਈਵ ਕਰ ਰਹੇ ਹਾਂ ਕਿ ਠੀਕ ਜੀ ਆਰਾਮ ਨਾਲ ਰਹੇ ਹਾਂ। ਪਰ ਗੁਰੂਦੇਵ ਕਿਰਪਾ ਕਰਨ ਅਸੀਂ ਜੀਵਨ 'ਤੇ ਸੰਚਨ ਵੀ ਤੇ ਕੁਝ ਕਰ ਸਕੀਏ। ਹਾਲਾਂਕਿ ਬੜਾ ਪਿਆਰਾ ਬਚਨ, ਹਰ ਧਨ ਸੰਚੀਏ ਭਾਈ, ਜੇ ਹਲਤ ਪਲਤ ਹਰ ਹੋਏ ਸਿਖਾਈ। ਔਰ ਇਹ ਵੀ ਦੱਸਿਆ ਕਿ ਸਤ ਸੰਗਤੀ ਸੰਗ ਹਰ ਧਨ ਖਟੀਐ, ਹੋਰ ਥੈ ਹੋਰ ਤੋਂ ਪਾਏ, ਹਰ ਧਨ ਕਿਤੈ ਨਾ ਪਾਈ। ਇਹ ਸੰਚਨ ਵੀ ਤਾਂ ਇੱਥੇ ਹੀ ਹੋਣਾ ਹੈ, ਜਿੱਥੇ ਆਣ ਬੈਠੇ ਆ ਇੱਥੇ ਖਟਿਆ ਜਾਂਦਾ, ਇੱਥੇ ਕਮਾਇਆ ਜਾਂਦਾ ਹੈ। ਆਪਣੀ ਜਿੰਨੀ ਕੁ ਸਰੀਰਕ ਵਕਤ ਦੀ ਮਾਨਸਿਕ ਲੋੜ ਹੈ ਉਸ ਤੋਂ ਵੱਧ ਕਮਾਏ ਤੇ ਸੰਚਨ ਹੋ ਜਾਏਗਾ। ਕਿਉਂਕਿ ਸੰਚਨ ਦਾ ਫਾਰਮੂਲਾ ਤਾਂ ਇਹੀ ਹੈ ਨਾ ਕਿ ਅਗਰ ਅਸੀਂ ਲੋੜ ਤੋਂ ਜ਼ਰੂਰਤ ਤੋਂ ਵੱਧ ਕਮਾ ਲੈਂਦੇ ਹਾਂ ਤਾਂ ਸੰਚਨ ਕਰ ਸਕਦੇ ਹਾਂ, ਨਹੀਂ ਤਾਂ ਜ਼ਰੂਰਤਾਂ ਪੂਰੀਆਂ ਕਰਦੇ ਰਹਿ ਜਾਂਦੇ ਹਾਂ। ਜੇ ਜ਼ਰੂਰਤਾਂ ਤੋਂ ਘੱਟ ਕਮਾਇਆ ਜਾਏ ਤਾਂ ਉਧਾਰ ਨਗਦ ਮੰਗਦੇ, ਇੱਕ ਦੂਜੇ ਤੋਂ ਕਰਜ਼ਾ ਲੈਂਦੇ ਹਾਂ। ਬਸ ਇਸੇ ਤਰ੍ਹਾਂ ਹੀ ਅਸੀਂ ਵੀ ਕਰਜ਼ਾ ਲੈਂਦੇ ਹਾਂ। ਆ ਸੁਖਣਾ ਕੀ ਹੁੰਦਾ, ਕਰਜ਼ਾ ਹੀ ਤਾਂ ਲੈਣਾ ਹੁੰਦਾ ਹੈ। ਮਹਾਰਾਜ ਮੇਰਾ ਕੰਮ ਕਰ ਦਿਓ, ਮੈਂ ਇੰਨਾ ਕੁਝ ਕਰਾਂਗਾ। ਲੋਕ ਕਰਦੇ ਨੇ ਆਪਣੇ ਆਪਣੇ ਵਿਧਾ, ਆਪਣੇ ਆਪਣੇ ਤਰੀਕੇ ਨੇ। ਕਿਉਂਕਿ ਅਧਿਆਤਮ ਦਾ ਪੱਖ ਹੁੰਦਾ ਹੈ ਨਾ, ਉਸ ਨੂੰ 2 ਤੇ 2 4 ਵਾਂਗ ਨਹੀਂ ਦੇਖਿਆ ਜਾ ਸਕਦਾ। ਇਹ ਵਿਗਿਆਨ ਦੇ ਫਾਰਮੂਲੇ ਹੁੰਦੇ ਨੇ ਵੀ 2 ਤੇ 2 4 ਹੀ ਹੋਣਾ ਹੈ, ਪਰ ਅਧਿਆਤਮ ਦੇ ਵਿੱਚ ਐਸਾ ਨਹੀਂ ਹੈ। ਅਧਿਆਤਮ ਦੇ ਵਿੱਚ ਉਹੀ ਓਨੀ ਗਿਣਤੀ ਕਰਕੇ ਕੋਈ ਕੁਛ ਵੀ ਨਹੀਂ ਪ੍ਰਾਪਤ ਕਰਦਾ, ਅਤੇ ਕੁਝ ਓਨਾ ਹੀ ਕਰਕੇ ਬਹੁਤ ਕੁਝ ਪ੍ਰਾਪਤ ਉਹ ਤੋਂ ਘੱਟ ਕਰਕੇ ਵੀ ਕਰ ਲੈਂਦਾ ਹੈ। ਕਿਉਂਕਿ ਇੱਥੇ ਦਿਖਾਵਟੀ ਜਾਂ ਗਿਣਤੀ ਮਿਣਤੀ ਨਹੀਂ ਹੈ, ਇੱਥੇ ਭਾਵਨਾ ਕੰਮ ਕਰਦੀ ਹੈ। ਇੱਥੇ ਸਾਡੇ ਹਿਰਦੇ ਦੀ ਨਿਰਮਲਤਾ ਅਤੇ ਵਿਸ਼ਵਾਸ ਦਾ ਟਿਕਾਊ ਕੰਮ ਕਰਦਾ ਹੈ। ਕਿਤਨੇ ਟਿਕੇ ਹੋਏ ਆ ਉਹ ਕੰਮ ਕਰਦਾ ਹੈ। ਪ੍ਰਭੂ ਕੇ ਪਿਆਰੇ, ਜਿਹਨੂੰ ਗੁਰਬਾਣੀ 'ਚ ਹਰੀ ਜਨ ਕਿਹਾ ਜਾਂਦਾ, ਗੁਰਮੁਖ ਜਨ ਕਿਹਾ ਜਾਂਦਾ ਹੈ, ਭਗਤ ਜਨ ਕਿਹਾ ਜਾਂਦਾ ਹੈ, ਸੰਤ ਜਨ ਕਿਹਾ ਜਾਂਦਾ ਹੈ। ਕਈਆਂ ਨਾਵਾਂ ਦੇ ਨਾਲ ਉਹਨਾਂ ਨੂੰ ਮੁਖਾਤਬ ਹੋ ਜਾਈਦਾ ਹੈ, ਕਿਤੇ ਭਗਤ ਜਨ, ਕਿਤੇ ਗੁਰਮੁਖ ਜਨ, ਕਿਤੇ ਸੰਤ ਜਨ, ਕਿਤੇ ਸਾਧੂ ਜਨ। ਇਹ ਸਾਰੇ ਇਹਨਾਂ ਵੱਲ ਵੇਖੀ ਮਹਾਰਾਜ ਕਹਿੰਦੇ ਤੇ ਸੁਹੇਲੇ, ਇਹਨਾਂ ਦਾ ਜੀਵਨ ਤੇ ਬੜਾ ਸੌਖਾ ਹੈ ਭਾਈ। ਜਿਵੇਂ ਅਸੀਂ ਕਦੇ ਕਦੇ ਆਪਣੇ ਆਲੇ ਦੁਆਲੇ ਦੇ ਕੁਝ ਅਮੀਰਾਂ ਵੱਲ ਵੇਖਦੇ ਹਾਂ ਕਿ ਨਹੀਂ, ਇਹਦਾ ਤਾਂ ਜੀਵਨ ਬੜਾ ਸੌਖਾ ਹੈ ਭਾਈ, ਕੋਈ ਚਿੰਤਾ ਹੀ ਨਹੀਂ, ਬੜਾ ਸਮੂਥ ਸਭ ਕੁਝ ਹੋ ਰਿਹਾ। ਇਵੇਂ ਹੀ ਭਗਤਾਂ ਦੇ ਵਿੱਚ ਵੀ ਜੀਵਨ ਵਿੱਚ ਸਭ ਕੁਝ ਆਰਾਮ ਨਾਲ ਹੋ ਰਿਹਾ। ਉਹ ਸੁਹੇਲੇ ਨੇ,
ਚਿੰਤਾ ਤੋਂ ਮੁਕਤ ਨੇ। ਪਰ ਅਸੀਂ ਸਧਾਰਨ ਜੀ ਪਰੇਸ਼ਾਨੀਆਂ ਅਤੇ ਚਿੰਤਾਵਾਂ ਦੇ ਵਿੱਚ ਗ੍ਰਸੇ ਹੋਏ ਆ। ਬਸ ਯਤਨ ਕਰਨਾ ਹੈ ਅਸੀਂ ਭਗਤਾਂ ਦੇ ਗੁਰਮੁਖਾਂ ਦੇ ਜੀਵਨਾਂ ਨੂੰ ਅਨੁਸਰਨ ਕਰ ਸਕੀਏ, ਉਹਨਾਂ ਦੇ ਮੁਤਾਬਕ ਹੋ ਸਕੀਏ, ਅਤੇ ਫਿਰ ਸਾਡਾ ਵੀ ਕਿਤੇ ਜੀਵਨ ਸਰਲ ਹੋ ਜੇ। ਇਹੀ ਗੱਲਾਂ ਸਾਨੂੰ ਇਸ ਪਾਵਨ ਸ਼ਬਦ ਦੱਸੀ ਜਾਣ, ਕਿਹੜੇ ਕਿਹੜੇ ਮੂਲ ਫੈਕਟਰ ਨੇ, ਕਾਰਨ ਨੇ ਜਿਨ੍ਹਾਂ ਕਰਕੇ ਅਸੀਂ ਸੁਹੇਲੇ ਨਹੀਂ ਹੋ ਪਾ ਰਹੇ। ਉਹਨਾਂ ਕਾਰਨਾਂ 'ਚੋਂ ਸਭ ਤੋਂ ਵੱਡਾ ਕਾਰਨ ਮਹਾਰਾਜ ਕਿ ਇਹ ਕੁਟੁੰਬ ਨੂੰ, ਆਪਣੇ ਪਰਿਵਾਰ ਨੂੰ ਬੰਧਨ ਮੰਨ ਕੇ ਚੱਲਣਾ। ਯਾਦ ਰੱਖਣਾ, ਸਾਡੇ ਉੱਤੇ ਜੋ ਪ੍ਰਾਚੀਨਤਾ ਦਾ ਗਿਆਨ ਦਬਾਅ ਪਿਆ, ਉਹਨੇ ਕਿਹਾ ਕਿ ਪਰਿਵਾਰ ਤੇਰੇ ਲਈ ਬੰਧਨ ਹੈ, ਔਰ ਸਾਡੇ 'ਤੇ ਇੰਨਾ ਗਹਿਰਾ ਦਬਾਅ ਪਿਆ ਕਿ ਅਸੀਂ ਆਪਣੇ ਪਰਿਵਾਰ ਨੂੰ ਬੰਧਨ ਮੰਨ ਲਿਆ। ਨਤੀਜਨ ਪਰਿਵਾਰ 'ਚ ਰਹਿਣ ਵਾਲੀ ਦੁਖੀ ਹੈ, ਟੈਨਸ਼ਨ 'ਚ, ਕਲੇਸ਼ ਵਿੱਚ ਹੈ। ਮਹਾਰਾਜ ਇਸ ਗੱਲ ਨੂੰ ਤੋੜਦੇ ਨਹੀਂ, ਪਰਿਵਾਰ ਬੰਧਨ ਨਹੀਂ ਹੈ। ਅੱਗੇ ਜਾ ਕੇ ਥਾਂ ਹੋਰ ਜ਼ਿਕਰ ਵੀ ਮਿਲੇਗਾ, ਆਪਣੇ ਪਾਠ ਕਰਦੇ ਪੜ੍ਹਿਆ ਹੋਣਾ। ਇਹਨਾਂ ਹੀ ਵਿਚਾਰਾਂ ਦਾ ਖੁਲਾਸੇ ਨਾਲ ਵਿਚਾਰ, ਲੋਕ ਕਹਿੰਦੇ ਨੇ ਬੰਧਨ ਮਾਤ ਪਿਤਾ ਸੰਸਾਰ, ਬੰਧਨ ਸੁਤ ਕੰਨਿਆ ਔਰ ਨਾਰ, ਬੰਧਨ ਕਰਮ ਧਰਮ ਹਉਕੀਆ, ਇਹ ਸਭ ਬੰਧਨ। ਅਤੇ ਮਹਾਰਾਜ ਉੱਥੇ ਵੀ ਕਹਿੰਦੇ ਨੇ ਭਾਈ ਜੇ ਪ੍ਰਭੂ ਨਾਲ ਜੁੜ ਜਾਓਗੇ ਤੇ ਨਾਨਕ ਰਾਖੈ ਬੰਧ ਨਾ ਪਾਈ। ਜੇ ਤੁਸੀਂ ਗੁਰੂ ਨਾਲ ਜੁੜ ਜਾਓ, ਗੁਰੂ ਕੇ ਵਿਚਾਰਾਂ ਟਿਕ, ਕੋਈ ਬੰਧਨ ਨਹੀਂ ਪੈਂਦਾ। ਪਰ ਚੂੰਕਿ ਅਸੀਂ ਗੁਰੂ ਨਾਲ ਤਾਂ ਜੁੜਦੇ ਨਹੀਂ, ਪਰ ਉਹਨਾਂ ਵਿਚਾਰ ਪੁਰਾਣੇ ਜੋ ਦਬੇ ਹੋਏ ਸਾਡੇ 'ਤੇ ਵਿਚਾਰ ਨੇ, ਢੋ ਰਹੇ ਹਾਂ। ਅਜੇ ਦੇਖੋ ਜੀ ਬੰਧਨ ਹੈ, ਕੀ ਕਰੀਏ, ਗ੍ਰਸਤੀ ਆ, ਅਸੀਂ ਗ੍ਰਸਤ ਦਾ ਅਰਥ ਹੀ ਬੰਧਨ ਪਾ ਲਿਆ, ਗ੍ਰਸਤ ਦਾ ਅਰਥ ਹੀ ਅਸੀਂ ਗ੍ਰਸਿਆ ਹੋਇਆ, ਫਸਿਆ ਹੋਇਆ ਕਰ ਲਿਆ। ਗੁਰੂ ਨਾਨਕ ਜੀ ਸਾਨੂੰ ਇਹਨਾਂ ਉਲਝਣਾਂ 'ਚੋਂ ਕੱਢਦੇ ਨੇ। ਗ੍ਰਹਸਥ ਕੋਈ ਬੰਧਨ ਨਹੀਂ ਹੈ, ਕੋਈ ਉਲਝਣ ਨਹੀਂ ਹੈ, ਕੋਈ ਫਸਣਾ ਨਹੀਂ ਹੈ। ਇਹਦਾ ਮਤਲਬ ਘਰ ਹੈ, ਅਸਾਂ ਦਾ ਘਰ ਹੈ, ਅਸੀਂ ਬੇਘਰੇ ਨਹੀਂ ਹਾਂ, ਅਸੀਂ ਨਿਘਰੇ ਨਹੀਂ ਹਾਂ, ਸਾਡਾ ਘਰ ਹੈ। ਗ੍ਰਹਸਥੀ ਸਾਡਾ ਘਰ ਹੈ। ਅਤੇ ਕਿੱਥੇ ਘਰ ਹੈ? ਹੁਣ ਇਹ ਗੱਲ ਵੱਖਰੀ ਹੈ ਕਿ ਅਸਾਂ ਦਾ ਘਰ ਕਿੱਥੇ ਬਣਿਆ। ਅਸੀਂ ਸ਼ਹਿਰਾਂ 'ਚ ਕਹਿੰਦੇ, ਪਿੰਡਾਂ 'ਚ ਕਹਿੰਦੇ, ਦੇਖੋ ਜੀ ਸਾਡਾ ਘਰ ਫਲਾਣੇ ਪਿੰਡ ਹੈ, ਫਲਾਣੇ ਸ਼ਹਿਰ ਹੈ, ਫਲਾਣੇ ਮੁਹੱਲੇ ਗਲੀ 'ਚ ਆਪਾਂ ਦੱਸਦੇ ਹਾਂ ਨਾ। ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਕਹਿ ਲਗੇ ਸਾਡਾ ਵੀ ਘਰ ਹੈ। ਪੁੱਛੇ ਬਾਬਾ ਤੁਹਾਡਾ ਘਰ ਕਿੱਥੇ ਹੈ? ਕਹਿਣ ਕਿ ਨਾਨਕ ਬੱਧਾ ਘਰ ਤਾਂ ਹਾਂ, ਅਸਾਂ ਉੱਥੇ ਘਰ ਬਣਾਇਆ ਹੈ। ਕਿੱਥੇ ਬਣਾਇਆ ਜੀ? ਜਿੱਥੇ ਮਿਰਤ ਨ ਜਨਮ ਜਰਾ। ਬਾਬਾ ਰਵਿਦਾਸ ਸਾਹਿਬ ਨੇ ਅਸੀਂ ਤਾਂ ਸ਼ਹਿਰ ਹੀ ਵਸਾ ਲਿਆ ਆਪਣਾ, ਸਾਡਾ ਤਾਂ ਸ਼ਹਿਰ ਹੀ ਬੜਾ ਵਧੀਆ ਹੈ। ਗੁਰ ਕਿਰਪਾ ਕਰਨ ਅਸਾਂ ਦਾ ਮਾਨਸਿਕ ਮੰਡਲ ਨਾ ਸਟਰੋਂਗ ਹੋ ਜਾਏ, ਉੱਚਾ ਹੋ ਜਾਏ, ਅਤੇ ਪਰਿਵਾਰ ਨੂੰ ਅਸੀਂ ਬੰਧਨ ਨਾ ਮੰਨ ਸਕੀਏ, ਬਲਕਿ ਪਰਿਵਾਰ ਸਾਡਾ ਸੰਸਾਰ ਹੈ, ਪਰਿਵਾਰ ਸਾਡੀ ਦੁਨੀਆ ਹੈ। ਅਤੇ ਰੱਖਣਾ ਇਹ ਦੁਨੀਆ ਸੰਸਾਰ ਅਤੇ ਕਰਤੇ ਦੀ ਬਣਤਰ ਹੈ ਨਾ, ਫਿਰ ਸਾਡਾ ਪਰਿਵਾਰ ਵੀ ਤਾਂ ਕਰਤੇ ਦੀ ਬਣਤਰ ਹੈ। ਇਹਦਾ ਇੱਕ ਇੱਕ ਨਿੱਕਾ ਨਿੱਕਾ ਜੀ ਕਰਤੇ ਦੀ ਦਾਤ ਹੈ। ਜਿਵੇਂ ਇੱਕ ਰੁੱਖ ਨੂੰ ਹਰ ਫੁੱਲ ਲੱਗਦਾ ਹੈ ਅਤੇ ਕਰਤੇ ਦੀ ਦਾਤ ਹੈ, ਪਰਿਵਾਰ ਦਾ ਹਰ ਜੀ ਸਾਡੇ ਕਰਤੇ ਦੀ ਇੱਕ ਦਾਤ ਹੈ। ਅਤੇ ਫਿਰ ਪਰਿਵਾਰ 'ਚੋਂ ਕਲੇਸ਼ ਮੁੱਕ ਜਾਏਗਾ। ਜੇ ਸਾਡੇ ਹਰ ਇੱਕ ਵਿਅਕਤੀ ਇਹੋ ਜਿਹੀ ਗੱਲ ਸਮਝ ਆ ਜਾਏ ਅਤੇ ਫਿਰ ਪਰਿਵਾਰ 'ਚ ਕੋਈ ਕਲੇਸ਼ ਨਹੀਂ ਹੋਏਗਾ, ਕਿਉਂਕਿ ਹਰ ਇੱਕ ਜੀ ਕਰਤਾ ਪੁਰਖ ਨੇ ਦਾਤ ਵਜੋਂ ਜੋੜਿਆ। ਔਰ ਸਿਆਣੇ ਕਹਿੰਦੇ ਵੀ ਨੇ ਹਰ ਇੱਕ ਜੀ ਆਪਣੇ ਆਪਣੇ ਕਰਮ ਖਾ ਰਿਹਾ, ਤੇਰਾ ਕੀ ਖਾ ਰਿਹਾ? ਹਰ ਇੱਕ ਜੀ ਦੀ ਰਿਜ਼ਕ ਰੋਟੀ ਦਾ ਪ੍ਰਬੰਧ ਕਰਤੇ ਨੇ ਕੀਤਾ ਹੈ। ਬਸ ਅਸਾਂ ਤੇ ਇੱਕ ਜੋੜ ਬਣਾ ਕੇ ਰੱਖਣਾ ਹੈ, ਯੋਗ ਬਣਾ ਕੇ ਰੱਖਣਾ ਹੈ, ਕਿਉਂਕਿ ਸੰਜੋਗ ਹੋਏ ਨੇ, ਆਪਾਂ ਇਸ ਸੰਜੋਗਾਂ ਨੂੰ ਮੰਨਣਾ ਹੈ। ਇਹ ਬੰਧਨ ਨਹੀਂ ਗਏ, ਪਰ ਇਹ ਉਹਨਾਂ ਨੂੰ ਸਮਝ ਆਏਗਾ ਜਿਹੜੇ ਗੁਰੂ ਨਾਲ ਜੁੜਨਗੇ, ਬਿਨਾਂ ਗੁਰੂ ਤੋਂ ਬੰਧਨ ਪਏ ਰਹਿੰਦੇ। ਕੱਲ੍ਹ ਅਸੀਂ ਵਾਚਰੇ ਸਾਂ, ਕਰਮ ਕਰੈ ਗੁਰੂ ਸ਼ਬਦ ਨਾ ਪਛਾਣੈ। ਜਿਹੜੇ ਕਰਮ ਤੇ ਕਰਦੇ ਨੇ ਪਰ ਗੁਰੂ ਸ਼ਬਦ ਨੂੰ ਨਹੀਂ ਪਛਾਣ ਪਾਏ, ਉਹ ਮਰ ਜਨਮ ਹੈ ਵਾਰੋਂ ਵਾਰਾ। ਉਹ ਮਰਦੇ ਨੇ, ਜਨਮਦੇ ਨੇ, ਬਾਰ-ਬਾਰ ਮਰਦੇ ਜਨਮਦੇ ਨੇ। ਇਹਦੇ 'ਚ ਕਰਮ ਕਿਵੇਂ ਕਰਦੇ ਆ? ਤੀਜੇ ਪੜ੍ਹ 'ਚ ਕਹਿੰਦੇ ਆ ਹਉ ਮੇਰਾ ਜਗ ਪਲ ਚਰਿਆ। ਕਰਮ ਕਰਦਿਆਂ ਹੋਇਆਂ ਹਉ ਪ੍ਰਧਾਨ ਹੈ। ਕਰਮ ਕਰਦਿਆਂ ਹੋਇਆਂ ਹੇ ਸੱਚੇ ਪਾਤਸ਼ਾਹ ਤੂੰ ਸ਼ੁਕਰਾਨਾ ਪ੍ਰਧਾਨ ਨਹੀਂ ਹੈ। ਕਰਮ ਕਰਦਿਆਂ ਹੋਇਆਂ ਹਉ ਮੈਂ ਪ੍ਰਧਾਨ। ਅਤੇ ਜਦੋਂ ਹਉ ਮੇਰਾ ਜਗ ਪਲਚ ਰਿਹਾ, ਇਸ ਹਉਮੈ ਦੇ ਸਦਕੇ ਹੀ ਜਗ ਪਲਚ ਰਿਹਾ ਹੈ। ਇਸ ਹਉਮੈ ਦੇ ਸਦਕੇ ਹੀ ਜਗ ਆਪਣੇ ਆਪ ਨੂੰ ਖੁਆਰ ਕਰ ਰਿਹਾ ਹੈ। ਹਉ ਮੇਰਾ ਜਗ ਪਲਚ ਰਿਹਾ ਭਾਈ। ਪਰ ਮਹਾਰਾਜ ਸਮਝਾਉਂਦੇ ਗੱਲ ਚਿਤਰਨਾ ਕੋਈ ਨਾ ਕਿਸ ਹੀ ਕੇਰਾ। ਇਸ ਹਉਮੈ ਦੇ ਵਿੱਚ ਇਹ ਗੱਲ ਸਮਝ ਲਈਏ
ਵੀ ਕੋਈ ਕਿਸੇ ਦਾ ਨਹੀਂ ਜੇ। ਅਸੀਂ ਸੰਸਾਰ 'ਚ ਜਿਉਂਦੇ ਹਾਂ, ਇਹ ਕਰਤੇ ਦੀ ਬਣਤਰ ਹੈ, ਪਰ ਜਦੋਂ ਅਸੀਂ ਸਰੀਰ ਛੱਡੇ ਅਗਲੇ ਪੱਖ 'ਤੇ ਜਾਣਾ ਹੈ, ਹੋਏ ਕੋਈ ਕਿਸੇ ਦਾ ਨਹੀਂ ਜਿਉਣਾ। ਅਸੀਂ ਕਹਿੰਦੇ ਮੇਰਾ ਮੇਰਾ, ਅਸੀਂ ਦੋ ਪੱਖ ਬਣਾਏ ਨੇ। ਇੱਕ ਤੇ ਕਹਿੰਦੇ ਪਰਿਵਾਰ ਬੰਧਨ ਹੈ, ਪਰ ਹਉਮੈ ਦੇ ਪੱਖ 'ਚ ਕਹਿੰਦੇ ਨੇ ਮੇਰਾ ਮੇਰਾ ਕਬਜ਼ਾ ਰਹੇ, ਸਭ ਮੇਰੇ ਅਧੀਨ ਹੋਵਣ, ਮੇਰੇ ਮੁਤਾਬਕ ਚੱਲਣਾ। ਪਰ ਮਹਾਰਾਜ ਕਹਿਣ ਲੱਗੇ ਦੋਨੋਂ ਪੱਖ ਤੇਰੇ ਗਲਤ ਨੇ। ਇਹ ਤੇਰੇ ਅਧੀਨ ਨਹੀਂ ਗਏ, ਇਹ ਤੇਰੇ ਗੁਲਾਮ ਨਹੀਂ ਗਏ ਜੋ ਹਰ ਵਕਤ ਤੇਰੇ ਨਾਲ ਰਹਿਣਗੇ। ਨਹੀਂ, ਇਹ ਆਪੋ ਆਪਣੇ ਰਾਹਾਂ ਦੇ ਰਾਹੀ ਨੇ। ਕੋਈ ਨਾ ਕਿਸੇ ਹੀ ਕੇਰਾ, ਆਪਣੇ ਰਾਹ ਤੂੰ ਆਪ ਤੁਰਨਾ ਹੈ, ਆਪਣੇ ਮਾਰਗ ਤੂੰ ਆਪ ਬਣਾਉਣੇ ਨੇ। ਔਰ ਜਿਉਂ-ਜਿਉਂ ਅਸੀਂ ਅਗਾਂਹ ਤੁਰੇ ਜਾਵਾਂਗੇ, ਇਹ ਮਾਰਗ ਤੁਰਿਆ ਜਾਏਗਾ, ਇਕੱਲੇ ਰਹਿ ਜਾਵਾਂਗੇ ਉੱਥੇ। ਜੇ ਪ੍ਰਭੂ ਦੇ ਨਾਮ ਦੇ ਨਾਲ ਸੰਬੰਧਿਤ ਨਾ ਹੋ ਸਕੇ ਤੇ ਸੰਸਾਰ 'ਚ ਕੋਈ ਕਿਸੇ ਦਾ ਸਾਥੀ ਨਹੀਂ ਰਹੇਗਾ। ਔਰ ਮੰਨਿਆ ਜਾਂਦਾ ਹੈ, ਸਾਨੂੰ ਤੇ ਪਾਵਨ ਬਾਣੀ 'ਚ ਰੋਜ਼ ਦੱਸਿਆ ਜਾਂਦਾ ਹੈ ਕਿ ਅੰਤਮ ਸਾਥੀ ਤੇਰਾ ਨਾਮ ਹੈ। ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ, ਹਰਿ ਕਾ ਨਾਮ ਉਹਾਂ ਸੰਗ ਤੋਸਾ। ਮਹਾਰਾਜ ਫਿਰ ਕਿਹੜੇ ਜੀ ਮੰਜ਼ਿਲ ਤੱਕ ਪਹੁੰਚਦੇ ਨੇ? ਸਤਿਗੁਰੂ ਕਹਿਣਗੇ ਗੁਰਮੁਖ ਮਹਿਲ ਪਾਏ ਨ। ਜਿਹੜੇ ਗੁਰਮੁਖ ਹੋ ਜਾਂਦੇ ਨੇ, ਤੇ ਗੁਰਮੁਖ ਦੀ ਪਰਿਭਾਸ਼ਾ ਆਪਾਂ ਬਾਰ-ਬਾਰ ਸੁਣਦੇ ਹਾਂ, ਜਿਹੜੇ ਗੁਰੂ ਪਰਾਇਣ ਹੋ ਜਾਂਦੇ ਨੇ, ਜਿਹੜੇ ਗੁਰੂ ਦੇ ਆਸਰੇ 'ਤੇ ਹੋ ਜਾਂਦੇ ਨੇ, ਜਿਨ੍ਹਾਂ ਦਾ ਧਿਆਨ ਗੁਰੂ 'ਤੇ ਟਿਕ ਜਾਂਦਾ, ਉਹੀ ਆਪਣੇ ਜੀਵਨ ਦੀ ਯਾਤਰਾ ਨੂੰ ਮੁਕੰਮਲ ਕਰਦੇ ਨੇ ਤੇ ਜੀਵਨ ਦੀ ਯਾਤਰਾ ਪੂਰੀ ਕਰਕੇ ਆਪਣੇ ਨਿਜ ਘਰ ਮਹਿਲ ਵਿੱਚ ਪਹੁੰਚ ਜਾਂਦੇ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਦੱਸਿਆ ਗਿਆ ਨਾ। ਜਦੋਂ ਤੱਕ ਅਸੀਂ ਆਪਣੇ ਉਸ ਨਿਜ ਘਰ ਮਹਿਲ 'ਚ ਨਹੀਂ ਪਹੁੰਚ ਪਾਉਂਦੇ, ਉਹਨਾਂ ਚਿਰ ਬਾਰੰਬਾਰ ਫੇਰਾ ਪਾਉਣਾ ਪਏਗਾ। ਤੇ ਜੇ ਨਿਜ ਘਰ ਪਹੁੰਚ ਜਾਂਦੇ ਆ ਤੇ ਬਾਹਰ ਨਾ ਹੋਏਗੋ ਫੇਰਾ, ਫਿਰ ਦੁਬਾਰਾ ਫੇਰਾ ਪਾਉਣ ਦੀ ਲੋੜ ਨਹੀਂ ਰਹੇਗੀ। ਪਰ ਸਾਡੇ 'ਚ ਬਹੁਤੀ ਗਿਣਤੀ ਗੁਰਮੁਖ ਨਹੀਂ ਬਣ ਪਾਈ ਤੇ ਨਤੀਜਨ ਬਾਰ-ਬਾਰ ਜੰਮਦੇ ਆ, ਬਾਰ-ਬਾਰ ਮਰਦੇ ਆ, ਬਾਰ-ਬਾਰ ਧਰਤੀ 'ਤੇ ਇਸ ਮਾਤ ਲੋਕ 'ਤੇ ਫੇਰੇ ਮਾਰਨੇ ਪੈ ਰਹੇ ਨੇ, ਜਿਹਨੂੰ ਅਸੀਂ ਜਨਮ ਤੇ ਮਰਨ ਦਾ ਚੱਕਰ ਕਹਿੰਦੇ ਆ। ਇਹ ਬਾਰ-ਬਾਰ ਫੇਰੇ ਪੈਂਦੇ ਨੇ, ਔਰ ਇਹਨਾਂ ਫੇਰਿਆਂ 'ਚੋਂ ਤਾਂ ਸਾਨੂੰ ਮੁਕਤ ਹੋਣਾ ਹੈ। ਔਰ ਇਹਨਾਂ ਫੇਰਿਆਂ ਤੋਂ ਮੁਕਤ ਹੋਣ ਦੀ ਜੁਗਤ ਹੈ ਕਿ ਆਪਣਾ ਫੋਕਸ ਗੁਰੂ 'ਤੇ ਟਿਕਾ ਲਈਏ। ਮਹਾਰਾਜ ਕਹਿੰਦੇ ਗੁਰਮੁਖ ਮਹਿਲ ਪਾਏ ਨ। ਮਹਾਰਾਜ ਕਿਸ ਤਰ੍ਹਾਂ ਜਾਂਦੇ ਨੇ, ਕੀ ਕਰਦੇ ਨੇ? ਗੁਣ ਗਾਵਨ। ਇਸ ਜੀਵਨ ਦੇ ਵਿੱਚ ਗੁਣ ਗਾਉਂਦੇ ਜਾਂਦੇ ਨੇ। ਸਾਨੂੰ ਇੱਕ ਹੁਕਮ ਹੈ, ਆਪਾਂ ਉਸ ਨੂੰ ਇਸ ਬਾਰੀਕੀ ਦੇ ਨਾਲ ਪਕੜਿਆ ਹੋਣਾ, ਕਦੇ ਸੁਣਿਆ ਹੋਵੇ। ਉਠਤ ਬੈਠਤ ਸੋਵਤ ਧਿਆਈਐ, ਮਾਰਗ ਚਲਤ ਹਰੇ ਹਰ ਗਾਈਐ। ਉੱਠਦਿਆਂ ਬਹਿਦਿਆਂ ਸ਼ੁਕਰਾਨਾ, ਵਾਹਿਗੁਰੂ ਤੇਰਾ ਸ਼ੁਕਰ ਹੈ। ਤੇ ਜਦੋਂ ਕਿਤੇ ਲੰਬਾ ਸਿੱਧਾ ਸਫ਼ਰ ਹੋਵੇ ਤੇ ਗੁਣਗੁਣਾਉਂਦੇ ਜਾਓ ਨਾ, ਗਾਉਂਦੇ ਜਾਓ। ਇਹਦਾ ਇੱਕ ਭਾਵ ਹੈ ਕਿ ਜ਼ਿੰਦਗੀ ਇੱਕ ਸਿੱਧਾ ਸਫ਼ਰ ਹੈ ਤੇ ਜ਼ਿੰਦਗੀ ਸਿੱਧੇ ਸਫ਼ਰ ਦੇ ਵਿੱਚ ਕਰਤੇ ਦੇ ਗੁਣ ਗਾਉਂਦੇ ਜਾਓ। ਤੇ ਕਰਤੇ ਦੇ ਗੁਣ ਗਾਉਣ ਦਾ ਮਤਲਬ ਸਾਨੂੰ ਇਹਨਾਂ ਕੁ ਤੇ ਪਤਾ ਹੈ ਨਾ ਕਿ ਸਿਫਤ ਕਰਨੀ, ਸ਼ੁਕਰਾਨਾ ਦੇ ਭਾਵ 'ਚ ਰਹਿਣਾ, ਤੇ ਬਾਰ-ਬਾਰ ਕੋਈ ਗੁਰਬਾਣੀ ਕੀ ਤੁਕ ਯਾਦ ਆ ਜੇ, ਸ਼ਬਦ ਯਾਦ ਆ ਜੇ, ਉਸ ਨੂੰ ਪੜ੍ਹਦੇ ਜਾਈਏ, ਸੁਣਦੇ ਜਾਈਏ, ਵਿਚਾਰ ਕਰਦੇ ਜਾਈਏ, ਉਹਨਾਂ ਭਾਵਾਂ ਦੇ ਵਿੱਚ ਆਪਣੇ ਆਪ ਨੂੰ ਸਮੋਹ ਲਈਏ ਤੇ ਗੁਣ ਗਾਉਣ ਦਾ ਸਾਰਾ ਸਿਲਸਿਲਾ ਪ੍ਰਾਪਤ ਹੁੰਦਾ ਰਹਿੰਦਾ ਹੈ। ਮਹਾਰਾਜ ਕਹਿੰਦੇ ਗੁਰਮੁਖ ਮਹਿਲ ਪਾਇਨ ਗੁਣ ਗਾਵਨ, ਨਿਜ ਘਰ ਹੋਏ ਬਸੇਰਾ। ਤੇ ਚਲਦੇ ਚਲਦੇ ਪਹੁੰਚ ਜਾਂਦੇ ਨੇ ਆਪਣੇ ਨਿਜ ਘਰ। ਤੇ ਬਸੇਰਾ ਦਾ ਮਤਲਬ ਹੈ ਵਾਸਾ ਹੋ ਜਾਂਦਾ ਹੈ ਉਹਨਾਂ ਜੀਆਂ ਦਾ, ਉਹਨਾਂ ਗੁਰਮੁਖਾਂ ਦਾ ਫਿਰ ਨਿਜ ਘਰ ਵਿੱਚ ਵਾਸਾ ਹੋ ਜਾਂਦਾ ਹੈ। ਅਸੀਂ ਜਦੋਂ ਸਾਡੇ 'ਚੋਂ ਕੋਈ ਜੀ ਸਰੀਰ ਛੱਡ ਜਾਂਦਾ ਹੈ, ਚਲਾਣਾ ਕਰ ਜਾਂਦਾ ਹੈ, ਤੇ ਉਦੋਂ ਅਸੀਂ ਇੱਥੇ ਇਕੱਠੇ ਹੋ ਕੇ ਅਰਦਾਸ ਕਰਨ ਆਉਂਦੇ ਹੁੰਦੇ ਹਾਂ, ਇਹ ਸੱਚੇ ਪਾਤਸ਼ਾਹ ਇਹ ਜੀ ਮਾਤਲੋਕ ਦੀ ਯਾਤਰਾ ਸੰਪੂਰਨ ਕਰ ਗਏ, ਆਪ ਦੇ ਚਰਨਾਂ 'ਚ ਜਾ ਬਿਰਾਜਾ ਹੈ, ਇਸ ਨੂੰ ਸਦੀਵ ਕਾਲ ਵਾਸਤੇ ਆਪਣੇ ਚਰਨਾਂ 'ਚ ਨਿਵਾਸ ਬਖਸ਼ੋ ਨਾ। ਇਹ ਆਪਾਂ ਚਲਾਣੇ ਦੇ ਸਮੇਂ ਅੰਤਮ ਅਰਦਾਸ ਦੇ ਰੂਪ 'ਚ ਕਰਦੇ ਹਾਂ। ਪਰ ਕਲਪਨਾ ਕਰੀਏ ਕੋਈ ਜੀ ਚੱਲਦਾ ਚੱਲਦਾ ਪਹਿਲੇ ਉੱਥੇ ਪਹੁੰਚ ਜਾਏ, ਅਜੇ ਪ੍ਰਾਣ ਬਾਕੀ ਨਹੀਂ, ਸਮਾਂ ਬਾਕੀ ਹੈ, ਚੇਤਨਾ ਉੱਥੇ ਪਹੁੰਚ ਗਈ ਹੈ। ਇੱਕ ਗਾਥਾ ਸਾਡੇ 'ਚ ਪੜ੍ਹੀ ਸੁਣੀ ਜਾਂਦੀ ਹੈ, ਉਹ ਪੰਡਤ ਨਿਤਿਆਨੰਦ ਦੇ ਨਾਂ 'ਤੇ ਹੈ, 6ਵੇਂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ। ਪੰਡਤ ਜੀ ਨੇ ਆ ਕੇ ਗੁਰੂ ਸਾਹਿਬ ਜੀ ਤੋਂ ਕੁਝ ਦਿਨ ਆਪਣੇ ਪੋਥੀਆਂ ਦੀ ਵਿਆਖਿਆ ਕਥਾ ਕਰਨ ਦਾ ਸਮਾਂ ਮੰਗ ਲਿਆ। ਮਹਾਰਾਜ ਨੇ ਕਿਹਾ ਠੀਕ ਹੈ ਭਾਈ, ਵਿਦਵਾਨ ਵਿਅਕਤੀ ਹੈ, ਕਥਾ ਕਰੋ। ਉਹਨਾਂ ਆਪਣੇ ਜੋ ਗ੍ਰੰਥ ਨੂੰ ਸਨ, ਜਿਨ੍ਹਾਂ ਦੇ ਮੁਤਾਬਕ ਕਥਾ ਵਿਚਾਰ ਕਰਦੇ ਸਨ, ਜਿਵੇਂ ਅਸੀਂ ਪੁਰਾਣਾਂ ਦੀ ਕਥਾ ਕਹਿ ਦਿੰਦੇ ਹਾਂ,
दरबार च पुराणां दी कथा कीती। एक बेनती करा, गुरु दरबार च कथावां हुंदियां रहियां ताकि ज्ञान दी समझ आउंदी रहे। उन्हां उस दरबार च उन्हां समयां च गरुड़ पुराण की कथा की। कुछ दिन लगातार कथा की, भोग पिया। जिस दिन कथा की संपूर्णता हुई, फुरसत में सारे जिहड़े श्रोते सन भी बैठे, हल्का जलपान छकिया, आपसी गलबात आरंभ हुई भी इन्ने दिन कथा सुनी है, की आपां लभे है। कहते पंडित जी ने कहा तो सच है, ठीक किया भाई। गरुड़ पुराण च लिखिया है कि जदों जी शरीर छड्डदा है तो एक वारा 1 साल लगता है। 1 साल बाद ये आत्मा ये बैतरणी नदी नूं पार करके, भवसागर नूं पार करके ते प्रभु की दरगाह च पहुँचती है। तो 1 साल बाद जाके किते दा जो अगला पक्ष लेखा जोखा हुंदा है, उहदे मुताबक फिर दे कर्मां दे मुताबक अगले लेखे इसे सिलसिले मुताबक वैदिक मत के मुताबक बरसी मनाई जाती है। आ शब्द साडे कोल वरीना वरे वाले दिन, उस दिन असी तो पहला 10वें 11वें महीने च कर करा के फ्री हो जाने, क्योंकि असां तो केवल रस्म रिम निभाने ना। वो सिस्टम उन्हां दा कि वरे वाले दिन, उस दिन उहदे अरदास याद किया जाता। उन्हां दा अपना सिलसिला पूजा पाठ का। उन्हां च एक गुरमुख कहण लगे, नहीं पंडित ने समा बड़ा दस दिता है, बैतरणी की गल भी ठीक होएगी, भवजल भी ठीक होएगा, पर समा बहुत है। कहण लगे जी तुसीं बजाणा तो किन्ना कू? कहण लगे जितना को दसिया गया समा ते सफ़र तो उन्ना ही रहना, पर आपां समा महीने च कट जाना। गल चल निकली तो दूजा कहंदा नहीं जी ये सफ़र तो आपां 20 दिनां च कर लांगे, 14 दिनां च कर लांगे। गल चलदी चलदी इत्थे आ गई। एक कहंदा जी आपां ते 8 पैर को बड़े आ। एक बजुर्ग बाबा चुप करके बैठा सी, कहने लगे बाबा तू ही दस तेरा की अनुभव है? कहने लगा आपां ते किते जाना ही नहीं, आपां ते पहुँचे हुए हैं। पंडित जी उनका वारलाप सुनते सन, थोड़े जे विचलित भी होए। गुरु महाराज को चले गए, कहने लगे महाराज अज तुहाडे सिख ने की मेरा अपमान करते हैं या शास्त्रों का अपमान करते हैं? महाराज ने सद ले, सद के पूछया, उन्हें दसिया भी आ गल्लां हो रही ने। जिहड़े सियाणे सन कहण लगे नहीं महाराज असीं ना तो पंडित जी का अपमान कर रहे हैं तो ना लिखे हुए शास्त्रों के प्रति साडे मन च इहो जी कोई भाव। ठीक है, अपने अपने भाव न हर एक ने जो समय मुताबक पढ़िया लिखिया चंगा है। असीं तो अपना आप की बख्शिश जो अनुभव है वो साझा कर रहे हैं, क्योंकि उस लिखारी ने अपना अनुभव साझा किया, असीं अपना अनुभव साझा कर रहे हैं। पंडित हैरान हो गया भी पुराणा के लिखारी दे आखिर है तो अनुभवी ना, तो तुहाडा अनुभव किदां दा कि तुसीं उत्थे 1 साल का समा, 30 दिन का, 21 दिन का, 14 दिन। कहने लगे भाई है तो सफ़र ही ना, तो सफ़र में जां ते गैप हुंदा, मील हुंदे ने, तो समा हुंदा जिहनूं शास्त्री भाषा च देश ते काल कहा जाता है। भी सफ़र दे विच जिंदगी देश ते काल ही हुंदा है ना। कहने लगे जी हाँ, देश ते काल, देश भाव जमीन की हकीकत ते काल का भाव समा। अज भी सारा इतिहास पढ़ लीए, गाथावां पढ़ लीए, 2 चीज़ां हुंदियां ने। देश है कित्थे घटना वापरी, किन्ना दे नाल वापरी, किन्ने मील पैंडा करके गए, तो जां फिर काल हुंदा है समा किहड़ा सी, उस पैंडे विच कितना समा लग गया। ये 2 ही गल्लां हुंदियां ना, बिल्कुल 2 ही हुंदियां। तो सियाणे सी कहण लगे पंडित जी देश नहीं बदल सकता ना, सब नूं पता है देश तो उतना ही रहिंदा है। कहण लगे जी हाँ, जमीन के मील थोड़ा बदल जाते हैं। आपां भी पुरानी गल्लां देखीए, जिथे आप अज बैठे हाँ, जदों श्री अमृतसर साहब बनिया तो इत्थों उदों भी उन्नी मील सी। जे अज लोग 250 मील मन के बैठे ने तो उदों भी 250 मील ही होएगा ना। उतों 1000 साल पहला जो अमृतसर शहर नहीं सी वसिया, उदों भी 250 मील ही होएगा ना, यकीनन 250 मील ही होएगा। तो आने वाले 1000-2000 साल बाद भी जदों टैक्नोलॉजी भावें बहुत हाई फाई हो जाएगी, पर धरती की कीमत लंबाई तो 250 मील रहनी ना, पर काल घट जाना है। उदों लोग पैदल जाते होणगे, महीनियां लग जाते होणगे। अज असी शायद 45 मिनट उड़ के लोग पहुँच जाते हैं। तो आने वाली टैक्नोलॉजी पता नहीं होर कितनी फास्ट आ जाएगी, किते जाण की लोड़ ही नहीं होगी। असां तो किते जाण की लोड़ ही नहीं पैंदी, असीं तो डिजिटल सिस्टम च लाई बह जाने आ। हो सकता देश नहीं घटदा, काल घटदा हुंदा है, समा वाधा घटदा है। पंडित कहण लगे हाँ गल तो बिल्कुल दुरुस्त है, समा ही वाधा तो घटदा है। तो जिहड़ा बजुर्ग सिख कहण लगे गल तो समय की है ना, तो जे समा ना ही होवे तो फिर की करांगे?
ਪੰਡਤ ਕਹਿਣ ਲੱਗਾ ਜੀ ਗਿਆਨ ਖੰਡ ਵਿੱਚ ਐਸੀ ਗੱਲ ਨਹੀਂ ਹੋ ਸਕੀ, ਅਸੀਂ ਇਹਦੀ ਗੱਲ ਨਹੀਂ ਕਰ ਪਾਉਂਦੇ ਵੀ ਦੇਸ਼ ਹੋਵੇ ਤੇ ਸਮਾਂ ਨਾ ਹੋਵੇ, ਐਸਾ ਨਹੀਂ ਹੁੰਦਾ। ਕਹਿਣ ਲੱਗੇ ਨਹੀਂ, ਗੁਰੂ ਨਾਨਕ ਜੀ ਨੇ ਕੀਤੀ ਗੱਲ। ਅਕਾਲ ਦਾ ਮਤਲਬ ਕੀ ਹੈ? ਜਿੱਥੇ ਕੋਈ ਸਮੇਂ ਦੀ ਪਾਬੰਦੀ ਕੋਈ ਨਹੀਂ। ਇਹ ਨਹੀਂ ਕਿ ਸਮਾਂ ਨਹੀਂ, ਸਮੇਂ ਦੀ ਪਾਬੰਦੀ ਕੋਈ ਨਹੀਂ। ਕਿਤਨਾ ਸਮਾਂ ਅੱਖ ਦੇ ਫੋਰ ਵਿੱਚ, ਕਿਤਨਾ ਸਮਾਂ ਹੈ। ਅਸੀਂ ਕਦੇ ਕਦੇ ਕਹਿੰਦੇ ਹਰਨ ਭਰਨ ਜਾ ਕਾ ਨੇਤਰ ਫੋਰ ਪੜ੍ਹਦੇ ਨਾ ਆਪਾਂ, ਸਾਨੂੰ ਲੱਗਦਾ ਹੈ ਸਾਡੇ ਵਿਗਿਆਨੀ ਕਹਿੰਦੇ ਨੇ ਕਰੋੜਾਂ ਸਾਲ ਦਾ ਸਿਲਸਿਲਾ ਹੈ। ਜੇ ਅੱਜ ਕਿਸੇ ਵਿਗਿਆਨੀ ਨੂੰ ਪੁੱਛੀਏ ਆਹ ਧਰਤੀ ਦੇ ਬਣਤਰ ਕਿਤਨਾ ਸਮਾਂ ਹੈ, ਤਾਂ ਕਹੇਗਾ ਜੀ ਕਰੋੜਾਂ ਸਾਲਾਂ ਦਾ। ਉਹ ਕਈ ਕਰੋੜ ਸਾਲ ਦਾ ਹਿਸਾਬ ਕਿਤਾਬ ਬਣਾ ਕੇ ਦੇ ਰਿਹਾ ਵਿਗਿਆਨੀ ਅੱਜ। ਅਤੇ ਇਸੇ ਤਰ੍ਹਾਂ ਜੇ ਅੱਜ ਤੱਕ ਬਣਦਿਆਂ ਹੋਇਆਂ ਕਈ ਕਰੋੜ ਸਾਲ ਦੱਸੇ ਨੇ, ਅਤੇ ਆਹ ਸਿਲਸਿਲਾ ਮਿਟਦਿਆਂ ਵੀ ਜੀ ਕਈ ਕਰੋੜ ਸਾਲ ਲੱਗਣਗੇ ਨਾ, ਇੱਕ ਫੁਰਨੇ ਥੋੜ੍ਹਾ ਮਿਟ ਜਾਣਾ। ਪਰ ਗੁਰੂ ਕਹਿੰਦੇ ਹਰਨ ਭਰਨ ਜਾਂ ਕਾ ਨੇਤਰ ਫੋਰ, ਯਾਨੀ ਕਿ ਉਹਦੇ ਵਾਸਤੇ ਇੱਕ ਪਲਕ ਹੈ, ਸਾਡੇ ਤੁਹਾਡੇ ਵਾਸਤੇ ਇੱਕ ਪਲਕ ਝਪਕਣ ਦਾ ਸਮਾਂ ਨਹੀਂ ਹੈ। ਉਹਦੀ ਇੱਕ ਪਲਕ ਝਪਕਣ ਦਾ ਸਮੇਂ ਦਾ ਮਤਲਬ ਹੈ ਸਾਡੇ ਕਰੋੜ ਸਦੀਆਂ ਗੁਜ਼ਰ ਜਾਣਾ, ਇੱਥੇ ਕਰੋੜਾਂ ਯੁੱਗ ਗੁਜ਼ਰ ਜਾਣਾ, ਉੱਥੇ ਪਲਕ ਝਪਕਣ ਦਾ ਸਮਾਂ ਹੈ। ਵਿਗਿਆਨੀ ਇਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਆ, ਆਹ ਘੜੀਆਂ ਸਾਡੇ ਸਾਹਮਣੇ ਨੇ ਨਾ, ਇਹਨਾਂ 'ਚੋਂ ਇੱਕ ਘੜੀ ਸੂਈ ਜਦ ਪੂਰਾ ਰਾਊਂਡ ਲਗਾਉਂਦੀ ਏ ਅਤੇ 12 ਘੰਟੇ ਉਹਨੂੰ ਸਮਾਂ ਚਾਹੀਦਾ। 12 ਘੰਟੇ 'ਚ ਇੱਕ ਸੂਈ ਪੂਰਾ ਚੱਕਰ ਲਗਾ ਕੇ ਆਉਂਦੀ ਨਾ। ਦੂਸਰੀ ਸੂਈ ਪੂਰਾ ਚੱਕਰ ਕਿੰਨੇ ਚਿਰ ਲਗਾਉਂਦੀ ਹੈ ਸਾਨੂੰ ਪਤਾ ਜੀ, 1 ਘੰਟੇ ਵਿੱਚ। ਤੀਜੀ ਸੂਈ 1 ਮਿੰਟ ਵਿੱਚ ਚੱਕਰ ਲਗਾ ਲੈਂਦੀ ਹੈ। ਅਤੇ ਜੇ ਕਿਤੇ ਸਕਿੰਟ ਨਾਪਣ ਵਾਲੀ ਸੂਈ ਹੋਵੇ ਤਾਂ ਫਿਰ ਕੀ ਕਰੋਗੇ? 1 ਸਕਿੰਟ ਵਿੱਚ ਚੱਕਰ ਲਗਾ ਲੇਗੀ। ਅਜੇ ਤਾਂ ਸਾਡੀਆਂ ਗਰਾਰੀਆਂ ਸਕਿੰਟ ਤੱਕ ਮਸ਼ੀਨ ਬਣੀ ਹੈ, ਡਿਜੀਟਲ ਵਿੱਚ ਸਕਿੰਟ ਨੂੰ ਵੀ 100 ਵਾਰ ਨਾਪਿਆ ਜਾਣ ਲੱਗ ਪਿਆ ਹੈ। ਤਾਂ ਕਿੰਨਾ ਫਾਸਟ ਚੱਲਦਾ ਹੋਵੇਗਾ। ਹੁਣ ਉਹਨੂੰ ਕਿਤਨੀ ਵਾਰ ਅਸੀਂ ਕਹਾਂ 60 ਨਾਲ ਭਾਗ ਦਿੰਦੇ ਜਾਵਾਂਗੇ, ਸਾਡੇ ਵਿਗਿਆਨੀ ਕਿਤਨੇ ਬਾਰੀਕ ਚਲੇ ਜਾਣਗੇ। ਅਤੇ ਕਲਪਨਾ ਕਰਨਾ ਵੀ 12 ਘੰਟਿਆਂ ਵਿੱਚ ਸਕਿੰਟ ਵਾਲੀ ਸੂਈ ਨੂੰ ਕਿਤਨਾ ਦੌੜਨਾ ਪੈਂਦਾ ਤਾਂ ਉਹਦਾ ਇੱਕ। ਇਸੇ ਤਰ੍ਹਾਂ ਸਾਡਾ ਦਿਨ ਰਾਤ ਸਦੀਆਂ ਯੁੱਗਾਂ ਗੁਜ਼ਰ ਜਾਂਦੇ ਨੇ, ਉੱਥੇ ਪਲਕ ਨਹੀਂ ਝਪਕਦੀ, ਕਿਉਂਕਿ ਉੱਥੇ ਸਮਾਂ ਹੀ ਨਹੀਂ ਹੈ। ਜਿੰਨਾ ਸੂਖਸ਼ਮ ਹੁੰਦੇ ਜਾਵਾਂਗੇ, ਜਿਤਨਾ ਬਾਰੀਕੀ ਵੱਲ ਵੱਧਦੇ ਜਾਵਾਂਗੇ, ਉਤਨਾ ਸਮਾਂ ਘਟਦਾ ਜਾਏਗਾ। ਬਾਕੀ ਸਭ ਕੁਛ ਉੱਥੇ ਸਮਾਧੀ ਦੇ ਵਿੱਚ ਸਮਾਂ ਕਿਉਂ ਨਹੀਂ ਪਤਾ ਲੱਗਦਾ? ਆ ਕਦੇ ਕਿਸੇ ਦਾ ਸਮਾਧੀ ਵਿੱਚ ਜਾਣ ਦਾ ਸੁਭਾਅ ਜਾਂ ਅਵਸਰ ਬਣਿਆ ਹੋਵੇ, ਸਮਾਧੀ ਲੱਗੇ ਭਾਵੇਂ 45 ਮਿੰਟ ਤੁਸੀਂ ਟਿੱਕੇ ਬੈਠੇ, ਲੱਗੇਗਾ ਹੁਣੇ ਹੀ ਤਾਂ ਬੈਠੇ ਆ। ਸਮਾਧੀ ਵਿੱਚ ਜਿਹੜੇ ਉਤਰਦੇ ਨੇ ਬੈਠਦੇ ਨੇ, ਸਾਡੇ ਵਾਸਤੇ ਉਹ ਕਿੰਨਾ ਸਮਾਂ ਹੁੰਦਾ ਹੈ, ਪਰ ਸਮਾਧੀ ਵਿੱਚ ਸਮਾਂ ਨਹੀਂ ਹੁੰਦਾ। ਬਾਬਾ ਅਤਰ ਸਿੰਘ ਦੇ ਬਾਬਤ ਉਹਨਾਂ ਜੀਵਨ ਗਾਥਾ 'ਚ ਇੱਕ ਜ਼ਿਕਰ ਮਿਲਦਾ ਹੈ ਕਿ ਕਿਸੇ ਉਹਨਾਂ ਦੇ ਪਰਿਵਾਰਾਂ 'ਚ ਠਹਿਰਦੇ ਸਨ। ਸ਼ਾਮ ਦੇ ਵਕਤ ਪਰਿਵਾਰਕ ਤੌਰ 'ਤੇ ਸੋਦਰ ਤੋਂ ਬਾਅਦ ਪ੍ਰਸ਼ਾਦਾ ਤਿਆਰ ਕਰਕੇ ਆਇਆ। ਪ੍ਰਸ਼ਾਦੇ ਦੀ ਇੱਕ ਗਰਾਹੀ ਮੁੱਖ 'ਚ ਪਾਈ। ਬੜਾ ਆਨੰਦ, ਕਿਉਂਕਿ ਪਾਠ ਕਰਕੇ ਉੱਠੇ ਸਨ, ਆਨੰਦ ਵਿੱਚ ਸਨ, ਆਪਣੇ ਆਨੰਦ ਵਿੱਚ ਸਨ, ਨਿਜ ਆਨੰਦ ਵਿੱਚ। ਇੱਕ ਗਰਾਹੀ ਮੁੱਖ 'ਚ ਪਾਈ, ਬੜਾ ਸਵਾਦ ਆ ਗਿਆ, ਸਮਾਧੀ ਲੱਗ ਗਈ, ਬੈਠੇ ਰਹੇ ਸਾਰੀ ਰਾਤ, ਸਾਰਾ ਦਿਨ ਗੁਜ਼ਰ ਗਿਆ। ਅਗਲਿਆਂ ਥਾਲੀ ਚੁੱਕ ਲਈ, ਵੇਖੇ ਸਮਾਧੀ ਲਈ ਨੇ। ਫਿਰ ਸਮਾਂ ਆਇਆ, ਜਰਾ ਕੁ ਨੇਤਰਾਂ 'ਚ ਹਰਕਤ ਹੋਈ, ਉਹਨਾਂ ਪ੍ਰਸ਼ਾਦਾ ਗਰਮ ਕਰ ਅੱਗੇ ਧਰਤਾ। ਫਿਰ ਦੂਜੀ ਗਰਾਹੀ ਪਾ ਲਈ, ਅਤੇ ਪਤਾ 24 ਘੰਟੇ ਬਾਅਦ ਦੂਜੀ ਗਰਾਹੀ ਪਾਈ। ਇੰਨਾ ਸਮਾਂ ਗੁਜ਼ਰ ਗਿਆ। ਕਹਿਣ ਲੱਗੇ ਬੜਾ ਪ੍ਰਸ਼ਾਦਾ ਸਵਾਦ ਹੈ। ਕਹਿਣ ਲੱਗੇ ਬਾਬਾ ਜੀ 24 ਘੰਟੇ ਗੁਜ਼ਰ ਗਏ। ਕਹਿਣ ਲੱਗੇ ਹੁਣੇ ਤਾਂ ਬੈਠੇ ਸਾਂ ਪਾਠ ਕਰਕੇ। ਸਾਡੇ ਵਾਸਤੇ ਸਮਾਂ ਬਾਹਰ ਚੇਤਨਤਾ 'ਚ ਜਿਤਨੀ ਉਦਾਸੀ ਵੱਧਦੀ ਜਾਏਗੀ, ਉਤਨਾ ਹੀ ਇਹ ਸਮਾਂ ਭਾਰੀ ਹੁੰਦਾ ਜਾਏਗਾ। ਜਿਤਨਾ ਆਨੰਦ ਵੱਧਦਾ ਜਾਏਗਾ, ਉਤਨਾ ਸਮਾਂ ਹਲਕਾ ਹੋ ਜਾਏਗਾ। ਅਸੀਂ ਸਾਰੇ ਜਾਣਦੇ ਹਾਂ, ਸਾਡਾ ਗਮੀਆਂ ਦਾ ਸਮਾਂ ਗੁਜ਼ਰਦਾ ਹੀ ਨਹੀਂ। ਉਦਾਸ ਹੋ ਜਾਈਏ, ਗਮੀ ਹੋ ਜਾਏ ਘਰ 'ਚ, ਸਮਾਂ ਰਾਤ ਬੀਤਦੀ ਨਹੀਂ, ਅਤੇ ਖੁਸ਼ੀਆਂ ਦਾ ਪਤਾ ਹੀ ਲੱਗਦਾ ਕਦੋਂ ਦਿਨ ਗੁਜ਼ਰ ਜਾਂਦਾ। ਆਨੰਦ ਦਾ ਸਮਾਂ ਹੁੰਦਾ ਹੀ ਨਹੀਂ। ਅੱਜ ਇੱਕ ਬਚਨ, ਆਨੰਦ ਭਇਆ ਮੇਰੀ ਮਾਏ, ਇੱਥੇ ਸਮੇਂ ਦੀ ਕੋਈ ਪਰਿਭਾਸ਼ਾ ਹੀ ਕੋਈ ਨਹੀਂ। ਸਮਾਧੀਆਂ 'ਚ ਕਦੇ ਆਪ ਨੂੰ ਜਾਣ ਦਾ ਵਕਤ ਹੋਵੇ, ਸਿਮਰਨ ਕਰਦਿਆਂ ਸਮਾਧੀ ਜੋ ਲਿਵ ਲੱਗ ਜਾਣੀ, ਗੁਰਮਤਿ ਵਿੱਚ ਕਹਿੰਦੇ ਨੇ। ਕੀਰਤਨ ਸੁਣਦਿਆਂ, ਕੀਰਤਨ ਕਰਦਿਆਂ, ਪਾਠ ਕਰਦਿਆਂ, ਸੁਣਦਿਆਂ ਕਿਤੇ ਲਿਵ ਲੱਗ ਜਾਏ ਅਤੇ ਸਮੇਂ ਦਾ ਪਤਾ ਹੀ ਨਹੀਂ ਲੱਗਦਾ। ਹੁਣੇ ਹੀ ਤਾਂ ਪਤਾ ਲੱਗਾ 40 ਮਿੰਟ ਗੁਜ਼ਰ ਜਾਂਦੇ ਨੇ, 50 ਮਿੰਟ ਗੁਜ਼ਰ ਗਏ, ਘੰਟਾ ਗੁਜ਼ਰ ਗਿਆ। ਕਈਆਂ ਦੀ ਸਮਾਧੀ ਕਈ ਦਿਨ ਦੀ ਲੱਗ ਸਕਦੀ ਹੈ। ਤਾਂ ਉੱਠੀਏ, ਉਹਨੂੰ ਪੁੱਛੀਏ ਕਿਤਨਾ ਕਹੇਗਾ ਹੁਣੇ ਤਾਂ ਬੈਠੇ ਸਾਂ, ਪਲਕ ਝਪਕਦੇ ਆ। ਯਾਦ ਰੱਖਣਾ, ਇਹੀ ਤਾਂ ਗੱਲ ਸਾਨੂੰ ਸਮਝ ਆਉਣੀ ਹੈ ਕਿ ਦੇਸ਼ ਉੱਥੇ ਹੀ ਰਹਿਣਾ, ਸਮਾਂ ਘਟਣਾ ਹੈ। ਪ੍ਰਭੂ ਦੇ ਪਿਆਰੇ ਯਾਤਰਾ ਕਰਦੇ ਨੇ ਆਨੰਦ ਵਿੱਚ, ਗੁਣ ਗਾਉਂਦੇ ਨੇ ਯਾਤਰਾ ਕਰਦਿਆਂ
ਤੇ ਪਹੁੰਚਦੇ ਕਿੱਥੇ ਨੇ? ਨਿਜ ਘਰ। ਤੇ ਨਿਜ ਘਰ ਉਹ ਹੈ ਜਿੱਥੇ ਕਾਲ ਨਹੀਂ ਗਾ, ਜਿੱਥੇ ਅਕਾਲ ਦਾ ਦੇਸ਼ ਹੈ। ਆਪਾਂ ਕਹਿੰਦੇ ਅਕਾਲ, ਉਹੀ ਸਾਡਾ ਘਰ ਹੈ। ਗੁਰਮੁਖ ਮਹਿਲ ਪਾਇਨ ਗੁਣ ਗਾਵਨ, ਨਿਜ ਘਰ ਹੋਏ ਬਸੇਰਾ। ਗੁਰਮੁਖ ਪ੍ਰਭੂ ਜੀ ਦੀ ਗੁਣਾਂ ਨੂੰ ਗਾਉਂਦੇ ਹੋਏ ਯਾਤਰਾ ਕਰਦੇ ਨੇ ਤੇ ਆਪਣੇ ਨਿਜ ਘਰ ਪਹੁੰਚ ਜਾਂਦੇ ਨੇ। ਪਹੁੰਚਦਾ ਸਮਾਂ ਕਿਤਨਾ ਲੱਗਦਾ ਹੈ? ਪਲਕ ਝਪਕਦਿਆਂ। ਬਸ ਪਲਕ ਝਪਕੀ ਸਮਾਧੀ ਲੱਗ ਗਈ, ਆਪਣੇ ਨਿਜ ਘਰ ਪਹੁੰਚ ਗਏ। ਇੱਥੇ ਕਹਿੰਦੇ ਨੇ ਪਰ ਇਹ ਕਿਹਨਾਂ ਦਾ ਬਣਦਾ ਹੈ? ਇਹ ਸਮਾਧੀਆਂ, ਇਹ ਆਨੰਦ, ਇਹ ਪਲਕ ਝਪਕਣ ਦਾ ਸਮਾਂ, ਆਨੰਦ ਦਾ ਨਿਜ ਘਰ ਬਸੇਰਾ ਕਿਹਨਾਂ ਨੂੰ ਮਿਲਦਾ ਹੈ? ਕਹਿਣ ਲੱਗੇ ਐਥੈ ਬੂਝੈ, ਜਿਹੜਾ ਇੱਥੇ ਸਮਝ ਰੱਖਦਾ ਹੈ। ਬੂਝੈ ਦਾ ਮਤਲਬ ਹੁੰਦਾ ਹੈ ਸਮਝ ਰੱਖੇ, ਸਮਝਦਾਰ ਹੋਵੇ। ਜਿਹੜਾ ਇੱਥੇ ਜ਼ਿੰਦਗੀ ਦੇ ਵਿੱਚ, ਇੱਥੇ ਸੰਗਤ 'ਚ ਬਹਿ ਕੇ, ਇੱਥੇ ਪਰਿਵਾਰ 'ਚ ਰਹਿ ਕੇ ਕੁਝ ਸਮਝ ਪ੍ਰਾਪਤ ਕਰਦਾ ਹੈ। ਇਸ ਕਰਕੇ ਗੁਰੂ ਨਾਨਕ ਦੇ ਸਿੱਖ ਕਰਮਕਾਂਡੀ ਨਹੀਂ ਗਏ, ਗੁਰੂ ਨਾਨਕ ਦੇ ਸਿੱਖ ਸਮਝਦਾਰ ਨੇ। ਗੁਰੂ ਨਾਨਕ ਦੇ ਸਿੱਖ ਹਰ ਕਰਮ ਸਮਝ ਕੇ ਕਰਦੇ ਨੇ। ਕੀ ਕਰ ਰਹੇ ਹਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ। ਇਸੇ ਕਰਕੇ ਗੁਰੂ ਨਾਨਕ ਦੇ ਘਰ ਦਸ਼ਮੇਸ਼ ਦੇ ਘਰ ਭੇਡ ਚਾਲ ਨਹੀਂ ਹੈ ਕਿ ਲੋਕਾਂ ਨੇ ਭੇਡ ਚਾਲ ਮੱਥਾ ਟੇਕੇ ਤੇ ਅਸੀਂ ਵੀ ਕਰੀ ਜਾਵਾਂਗੇ। ਨਹੀਂ ਨਹੀਂ, ਇੱਥੇ ਹਰ ਕਦਮ ਸਾਵਧਾਨੀ ਦੇ ਨਾਲ ਟਿਕਾਓ ਕੇ ਰੱਖਣਾ ਪੈਂਦਾ ਹੈ। ਐਥੈ ਬੂਝੈ, ਇੱਥੇ ਇਸ ਮਾਤਲੋਕ ਤੇ ਇਸ ਘਰ 'ਚ, ਇਸ ਸੰਸਾਰ 'ਚ ਬੂਝੈ, ਸਮਝ ਰੱਖੇ। ਉਹਨੂੰ ਕੀ ਮਿਲੇਗਾ? ਸੋ ਆਪ ਪਛਾਣੈ। ਉਹਨੂੰ ਆਪਣੇ ਆਪ ਦੀ ਸਮਝ ਹੋ ਜੇ ਕਿ ਮੈਂ ਕੀ ਹਾਂ। ਆ ਸਾਰਾ ਸੰਸਾਰ ਦੇ ਦਾਰਸ਼ਨਿਕ ਇਹੀ ਸਵਾਲ ਤੋਂ ਲੈ ਕੇ ਬੈਠੇ ਨੇ, ਮੈਂ ਕੌਣ ਹਾਂ, ਮੈਂ ਕੀ ਹਾਂ, ਮੈਂ ਕਿੱਥੋਂ ਆਇਆ, ਮੈਂ ਕਿੱਥੇ ਜਾਣਾ ਹੈ। ਸਾਰੇ ਦੇ ਧਰਮ ਦਰਸ਼ਨ ਦਾ ਇਹੋ ਤੇ ਸਵਾਲ ਹੈ ਵੇਦਾਂਤ ਦਾ। ਤੇ ਜਿਹੜਾ ਸਮਝ ਰੱਖਦਾ ਹੈ ਉਹਨੂੰ ਪਤਾ ਹੈ ਮੈਂ ਕੀ ਹਾਂ, ਕਿਉਂਕਿ ਸਮਝ ਆ ਜਾਂਦੀ ਹੈ ਮਨ ਤੂੰ ਜੋਤ ਸਰੂਪ ਹੈ। ਇਹ ਗੁਰੂ ਸਮਝਾ ਰਹੇ ਨਾ, ਮਨ ਤੂੰ ਜੋਤ ਸਰੂਪ ਹੈ। ਫਿਰ ਕੀ ਕਰਾਂ ਬਾਬਾ? ਕਹਿਣ ਲੱਗੇ ਸਭ ਤੋਂ ਪਹਿਲਾਂ ਆਪਣਾ ਮੂਲ ਪਛਾਣ। ਤੂੰ ਆਪਣੇ ਆਪ ਨੂੰ ਦੇਖ ਤੇ ਤੂੰ ਜੋਤ ਦਾ, ਤੇਰਾ ਮੂਲ ਕੀ ਹੈ, ਤੂੰ ਉਸ ਨੂੰ ਪਛਾਣ ਲੈ ਤੇ ਮੂਲ ਪਛਾਣ ਕੇ ਆਪਣੇ ਨਿਜ ਮੂਲ ਨਾਲ ਜੁੜ ਜਾ। ਐਥੈ ਬੂਝੈ ਸੋ ਆਪ ਪਛਾਣੈ। ਤੇ ਚੇਤ ਰੱਖਣਾ, ਜਿਸ ਨੇ ਆਪਣੇ ਆਪ ਨੂੰ ਪਛਾਣ ਲਿਆ, ਹਰ ਪ੍ਰਭ ਹੈ ਤਿਸ ਘੇਰਾ। ਪ੍ਰਮਾਤਮਾ ਉਹਨਾਂ ਦਾ ਜੇ, ਜਿਹੜੇ ਆਪਣੇ ਆਪ ਨੂੰ ਪਛਾਣ ਲੈਂਦੇ ਨੇ, ਪ੍ਰਮਾਤਮਾ ਹੀ ਉਹਨਾਂ ਦਾ ਜੇ। ਇਹ ਕਹਿੰਦਾ ਉਹਨਾਂ ਪਿਆਰਾ ਰੱਬ ਉਹਨਾਂ ਹਾਂ ਜੋ ਗਈ। ਉਹਨਾਂ ਆਪਣੇ ਆਪ ਨੂੰ ਪਛਾਣ ਲਿਆ। ਪਛਾਣ ਤੋਂ ਬਾਅਦ ਪਤਾ ਲੱਗਾ ਲੈ ਰਾਮ ਤੇ ਸੰਤ 'ਚ ਭੇਦ ਹੀ ਕੋਈ ਨਹੀਂ ਗਾ, ਆਤਮਾ ਤੇ ਪ੍ਰਮਾਤਮਾ 'ਚ ਭੇਦ। ਸਾਨੂੰ ਤੇ ਗਿਆਨ ਵਿੱਚ ਪਤਾ ਹੈ, ਪਰ ਭਗਤ ਨੂੰ ਅਨੁਭਵ 'ਚ ਪਤਾ ਹੈ। ਸਾਨੂੰ ਗਿਆਨ 'ਚ ਪਤਾ ਹੈ ਕਿ ਆਤਮਾ ਤੇ ਪ੍ਰਮਾਤਮਾ ਦਾ ਤੱਤ ਇੱਕ ਹੈ, ਪਰ ਭਗਤ ਕਹਿੰਦੇ ਰਾਮ ਸੰਤ ਮੈਂ ਭੇਦ ਕਿਛ ਨਾਹੀ। ਸੰਤ ਕਹਿੰਦੇ ਨੇ, ਗੁਰਮੁਖ ਕਹਿੰਦੇ ਨੇ ਅਬ ਤੋ ਜਾਏ ਚੜ੍ਹੇ ਸਿੰਘਾਸਨ ਮਿਲ ਹੈ ਸਾਰੰਗ ਪਾਣੀ। ਤੇ ਸਾਨੂੰ ਤੇ ਮੱਤ ਦਿੰਦਿਆਂ ਇਹ ਪਿਆਰ ਦਿੰਦਿਆਂ ਸਾਡੇ ਗੁਰੂਦੇਵ ਨੇ ਕਿ ਭਾਈ ਤੁਸੀਂ ਨਿਰਮਲ ਹੋ ਜਾਓ, ਮੇਰਾ ਰੂਪ ਹੋ ਜਾਓਗੇ। ਕਹਿੰਦੇ ਨਾ ਖਾਲਸਾ ਮੇਰਾ ਰੂਪ ਹੈ ਖਾਸ, ਇਸ ਖਾਸ ਰੂਪ ਦੇ ਵਿੱਚ ਹੀ ਖਾਲਸੇ ਮੈਂ ਹਾਂ ਕਰੋ ਨਿਵਾਸ। ਤੂੰ ਖਾਸ ਬਣਤੇ ਸਹੀ। ਤੇ ਤਰਨਾ ਖਾਸ ਕੌਣ ਹੈ? ਜੋ ਹਰ ਵਕਤ ਖਾਸ ਹੁੰਦਾ। ਅਸਾਂ ਖਾਸ ਹੋਣਾ, ਖਾਸਮ ਖਾਸ, ਉਹੀ ਖਾਲਸਾ ਹੈ ਜਿਹਦੇ ਵਰਗਾ ਉਸ ਵਕਤ ਹੋਰ ਕੋਈ ਨਾ ਹੋਵੇ, ਸਭ ਤੋਂ ਖਾਸ ਹੋਵੇ। ਖਾਲਸਾ ਖਾਸ ਕਹਾਵੇ ਸੋਈ, ਜਾਂ ਕੇ ਹਿਰਦੈ ਭਰਮ ਨਾ ਹੋਈ। ਭਰਮ ਭੇਖ ਤੇ ਰਹੇ ਨਿਆਰਾ। ਅਸੀਂ ਭਰਮ ਤੋਂ ਤੇ ਭੇਖ ਤੋਂ ਨਿਆਰੇ ਨਹੀਂ ਹੋ ਪਾਏ। ਅਸੀਂ ਭੇਖ 'ਚ ਪੈ ਕੇ ਖਾਲਸਾ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ, ਲੇਕਿਨ ਉਹ ਲਿਖ ਰਹੇ ਨੇ ਭਰਮ ਭੇਖ ਤੇ ਰਹੇ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਉਹ ਸ਼ੁੱਧ ਸਰੂਪ ਮੇਰਾ ਗੁਰੂ ਰੂਪ ਹੈ। ਭਰਮਾਂ ਭੇਖਾਂ ਤੇ ਕਰਮਾਂ ਧਰਮਾਂ ਦੀ ਪ੍ਰਭਾਸ਼ਾਵਾਂ ਤੋਂ ਮੁਕਤ ਹੈ, ਜੋ ਖਾਸੀਅਤ ਵਿੱਚ ਹੈ। ਇਹੀ ਤੇ ਖਾਲਸੇ ਦੀ ਖਾਸੀਅਤ ਹੈ। ਕਹਿਣ ਲੱਗੇ ਪ੍ਰਹਾਰ ਪ੍ਰਭ ਹੈ ਤਿਸ ਘੇਰਾ। ਫਿਰ ਮਹਾਰਾਜ ਅਸੀਂ ਕੀ ਕਰੀਏ, ਛੋਟੇ ਛੋਟੇ ਅਨਾਦਾਨ 'ਤੇ ਆ, ਸਾਡੀ ਤੇ ਮੱਤ ਬੁੱਧ ਵੀ ਇੰਨੀ ਨਹੀਂ। ਕਹਿਣ ਲੱਗੇ ਕੋਈ ਗੱਲ ਨਹੀਂ, ਜਿੰਨਾ ਜੋ ਹੈ ਉਹਨੂੰ ਤੇ ਵਰਤੋ। ਇੱਕ ਬੜਾ ਪਿਆਰਾ ਬਚਨ ਹੈ, ਕਦੇ ਕਦੇ ਪਾਠ ਕਰਦੇ ਆਪਣੇ ਪੜ੍ਹਨ, ਜੈਸਾ ਵਿੱਤ ਤੈਸੋ ਹੀ ਵਰਤੈ, ਆਪਣਾ ਬਲ ਨਹੀਂ ਹਾਰੈ। ਅਸੀਂ ਇੱਕ ਸੇਰ ਵਜਨ ਉਠਾਉਣ ਜੋਗੇ ਹਾਂ, ਇੱਕ ਸੇਰ ਵਜਨ 'ਤੇ ਚੁੱਕ ਲਈਏ। ਅਸੀਂ 10 ਸੇਰ ਵਜਨ ਨਹੀਂ ਉਠਾ ਸਕਦੇ, ਕੋਈ ਗੱਲ ਨਹੀਂ, ਨਾ ਉਠਾ ਸਕੀਏ, ਪਰ ਇੱਕ ਸੇਰ ਵਜਨ 'ਤੇ ਚੁੱਕ ਸਕਦੇ ਹਾਂ ਨਾ, ਉਤਨਾ 'ਤੇ ਚੁੱਕੀਏ। ਅੱਜ ਕੱਲ੍ਹ ਦੀ ਭਾਸ਼ਾ 'ਚ ਲੋਕ ਕਹਿੰਦੇ ਨੇ ਤੁਸੀਂ ਜੋ ਕਰ ਸਕਦੇ ਹੋ ਆਪਣਾ ਤੇ 100% ਪਾ ਦਿਓ ਨਾ। ਜੇ ਤੁਸੀਂ ਆਪਣਾ 100% ਪਾ ਦਿੰਦੇ ਹੋ
कम से कम तुहानूं तसल्ली होएगी असीं अपनी ताकत लगाती, असां दी ताकत इह तों वध नहीं है। महाराज कहण लगे चेता रखना अपने जितना भी भांडा तुहाडे कोल हैगा, जितना भी तुहाडा हिरदा है, जो भी तुहाडे कोल हैगा उसनूं ते तैयार कर लो। पता क्यों? सतगुरु सदा दयाल है भाई। सतगुरु दा घर ते दयालता नाल भरिया पिया। सतगुरु दा घर ते दयालु स्वरूप है, वो तो सदा बख्शिशां नाल भरिया। इत्थे ते हर वक्त रहमतां दा मींह पै रिहा, पर चेता रखना विण भागां क्या पाईए। भागां तो बिना प्राप्ति नहीं होंदी। फिर असीं की करना है? सतगुरु की दयालता की चिंता छड्डिए। सतगुरु तो सदा दयाल ही है। अगर चिंता करनी है तो अपने भाग की चिंता करिए। अपने भाग का मतलब है मेरा हिस्सा। कदे कदे आपां बजुर्गों की जायदादां ते भैन भरावां नूं लड़दे वेखीदा ना कि इन्हां ने मेरा हिस्सा मेरा हिस्सा मेरा हिस्सा। कदे कल्पना करना करता पुरख वाहिगुरू जी की बेअंत भंडार विच मेरा हिस्सा कितना है? तो मेरा हिस्सा उतना ही है जितने मेरे कर्म ने, क्योंकि उत्थे तो भैन भरावां की गिणती के मुताबिक हिस्सा बनता है कि जितने भैन भरा ने उहदे मुताबिक वंड दिओ। इत्थे वंड उस तरह नहीं जी होंदी। इत्थे भाग वो हुंदा है कर्म तेरा कितना है। कर्म का मतलब तू कीता की है। जितना तू कीता है उतना ही तेरा भाग है। आपने वेख्या होना है सिलसिले में जो समाजिक लॉजिक में पकड़न की कोशिश करिए ना, मेरा भाग की है। यूरोपीयन पद्धति विच खासकर जिहड़े बहुत एडवांस मुल्क ने उत्थे लोगों को पेंशन मिलती है। पता कितना? जितना उन्हें टैक्स पे किया होंदा उहदे अकॉर्डिंग पेंशन मिलती है। तो जिसने टैक्स पे नहीं किया होंदा उन्होंने पेंशन नहीं मिलती, फिर वैलफेयर हैल्प मिलती है। वो पेंशन का हकदार नहीं आ, बस वो एक खैरात का हकदार तो है पर पेंशन का हकदार नहीं है। खैरात मिलती है जिन्हें कुछ भी नहीं किया रोटी खाने वास्ते चलो उन्हें मिलेगा, पर अगर तुसां टैक्स पे किया है तो एज पर टैक्स पे जो तुसां टैक्स पे किया उहदे अकॉर्डिंग तुहाडी पेंशन लगेगी। तुहाडा हिस्सा उन्ना ही है जितना तुसां कीता है। इसी तरह करता पुरख के भंडार विच भी तुसां की कीता है, असां कितना दान पुण्य। इसे करके साडे शास्त्री लोग बुजुर्ग लोग दान पुण्य कराउंदे करदे सन, चंगे कर्म करो, पूजा पाठ करो, कुछ करो, दिता लईए अपना। जो दिओगे उही मिलेगा ना। महाराज भी तो कहते ना दिता लईए अपना, जो तुसां दिता है उही तुहानूं मिलेगा। जे तुसां अज तक किसी नूं पानी का घुट नहीं पिलाया तो तुहानूं कित्थों मिल जाएगा। इसे करके लोग लंगर लगाउंदे ने, दान करते ने, वंडदे ने भी कल नूं मैनूं मिलना है, उही मिलना जो देंगे। हुण कितना तुसीं मान दिता है उन्ना मान मिल जाएगा, कितना प्यार दिता है उन्ना प्यार मिल जाएगा, कितनी नफरत वंडी नफरत मिल जाएगी, कितना दुख वंडे उन्हें दुख मिल जाएगा, कितने कौड़े बोल वंडे ने वो कौड़े बोल मिल जाएंगे, कितने मिठे बोल वंडे ने वो मिठे बोल मिल जाएंगे। कोई जो जो बीजे है वो मिलेगा। जे हा बीजा है सो लुण है, कर्मा संधड़ा खेत। इत्थे सिलसिला बड़ा स्पष्ट है। जदों साडे को ताकत होंदी है असीं कौड़े बोल बीजदे आ, जदों साडी ताकत कमज़ोर हो जाती है जिन्हां को ताकत होंदी फिर सानूं कौड़े बोल सुणांदे रहिंदे ने। ऐसा ही हुंदा घरां परिवारां सदियां तो। महाराज कहने लगे बस ये समझ रहे भागां क्या पाईए। भागां दा चिंता करो, अपने भागां नूं सवारो। दार्शनिक लोग सियाणे कहंदे ने अपने भागां नूं सवारिया जा सकदा है। पर किवें? जे अज अपने भागां नूं बदलना चाहुंदे हो तो अपने कर्मां नूं बदलना शुरू कर दिओ। ते कर्म किहड़े करिए? चंगे कर्म करने शुरू कर दिओ। हर बोल एक बीज रूप हुंदा है, हर ख्याल एक बीज बन जाता है। अपने चंगे ख्याल चंगे बीज बीजने शुरू कर दिओ, चंगे काम शुरू कर दिओ, चंगे नतीजे मिलने शुरू हो जाएंगे, भाग चंगे हो जाएंगे। फिर कहन लगे एक नदर कर वेखै सब ऊपर। प्रभु की दृष्टि तो सब ते पै रही है ना, पर जिहा भाव तिहा फल पाईए। जिहो जिहा तुहाडा भाव है फल तुहानूं ऐसा ही मिलना है। करते पुरख वालों कोई वंडियां वितकरे नहीं कि एक समानता है तो प्यार है सब ते। जिवें इसनूं समझाउण वास्ते कहंदे हुंदे ने एक ही बगीचे दे विच तमाम प्रकार के रंग बरंगे फुल खिड़े ने, पर पुछी माली नूं भी तूं पानी च रंग पा पा के अलग पा पा के पाए ने? नहीं, उन्हें इक्को ही पानी दिता है। इक्को फुहारे तो सारे पाइप तो पानी मिलिया,
ਇੱਕੋ ਹੀ ਖਾਦ ਉਹਨੇ ਸਾਰਿਆਂ ਨੂੰ ਪਾਈ, ਪਰ ਜੈਸੀ ਜੈਸੀ ਹਰ ਬੂਟੇ ਦੀ ਪ੍ਰਕਿਰਤੀ ਸੀ, ਵੈਸੇ ਵੈਸੇ ਫੁੱਲ ਖਿੜ ਗਏ ਨੇ। ਇਸੇ ਤਰ੍ਹਾਂ ਕਰਤੇ ਦੇ ਘਰੋਂ ਪ੍ਰਸ਼ਾਦ ਸਾਨੂੰ ਇੱਕੋ ਹੀ ਮਿਲਦਾ ਹੈ, ਇੱਕੋ ਹੀ ਸਭ ਕੁਝ ਮਿਲਦਾ ਹੈ, ਪਰ ਸਾਡੀ ਜੈਸੀ ਜੈਸੀ ਪ੍ਰਕਿਰਤੀ ਹੁੰਦੀ ਹੈ, ਜੈਸਾ ਜੈਸਾ ਸਾਡਾ ਭਾਵ ਹੁੰਦਾ ਹੈ, ਵੈਸਾ ਵੈਸਾ ਫਲ ਸਾਨੂੰ ਪ੍ਰਾਪਤ ਹੁੰਦਾ ਰਹਿੰਦਾ ਹੈ। ਕਿਉਂਕਿ ਫਲ ਜਿਹੜੇ ਨੇ ਭਾਵਾਂ ਕਰਕੇ ਮਿਲਦੇ ਨੇ, ਕਾਮਨਾਵਾਂ ਫਲੀਭੂਤ ਹੁੰਦੀਆਂ ਨੇ, ਪਰ ਜੈਸੀਆਂ ਭਾਵਨਾਵਾਂ ਹੁੰਦੀਆਂ। ਇੱਥੇ ਕਿ ਆਪਾਂ ਕਦੇ ਕਦੇ ਬੋਲਦੇ ਹਾਂ, ਅਰਦਾਸ ਕਰਦੇ ਨਾ ਜਦੋਂ, ਤੇ ਤੁਸੀਂ ਕਦੇ ਸੁਣਿਆ ਹੋਣਾ, ਅਰਦਾਸੀਏ ਕਈ ਵਾਰ ਇੱਕ ਸ਼ਬਦ ਬੋਲਦੇ ਹਾਂ, ਇਹ ਸੱਚੇ ਪਾਤਸ਼ਾਹ ਇਹਨਾਂ ਦੀਆਂ ਕਾਮਨਾਵਾਂ ਭਾਵਨਾਵਾਂ, ਕਾਮਨਾਵਾਂ ਤਾਂ ਹੈ ਨੇ, ਇਹਨਾਂ ਦੀਆਂ ਲੋੜਾਂ ਨੇ ਸਾਡੀਆਂ ਸਾਰਿਆਂ ਦੀਆਂ, ਪਰ ਲੋੜਾਂ ਕੈਸੀਆਂ ਪੂਰੀ ਹੋਣਗੀਆਂ, ਜੈਸੀਆਂ ਭਾਵਨਾਵਾਂ ਨੇ। ਲੋੜ ਹੈ ਪਰ ਭਾਵਨਾ ਚੰਗੀ ਨਹੀਂ ਹੈ ਤੇ ਲੋੜ ਪੂਰੀ ਨਹੀਂ ਹੋਏਗੀ। ਲੋੜ ਹੈ, ਭਾਵਨਾ ਵੀ ਚੰਗੀ ਹੈ ਤੇ ਲੋੜ ਪੂਰੀ ਹੋ ਜਾਏਗੀ। ਅਰਦਾਸ ਕੀਤੀ ਹੈ, ਦੇਖਣ ਨੂੰ ਬੜੀ ਵੱਡੀ ਲੋੜ ਹੈ, ਕੰਮ ਫਸਿਆ ਪਿਆ, ਪਰ ਚੇਤਨਾ ਭਾਵਨਾ ਸ਼ੁੱਧ ਨਹੀਂ ਜੇ, ਅਰਦਾਸ ਨਹੀਂ ਪੂਰੀ ਹੋਏਗੀ। ਕਾਮਨਾ ਪੂਰੀ ਹੋਵੇ, ਅਰਦਾਸ ਪੂਰੀ ਹੋਵੇ, ਉਹਦੇ ਵਾਸਤੇ ਭਾਵਨਾ ਸ਼ੁੱਧ ਕਰਨੀ ਪੈਣੀ, ਤੇ ਭਾਵਨਾ ਸ਼ੁੱਧ ਕਰ ਸਕੀਏ ਇਹ ਗਿਆਨ ਮਤ ਦੇ ਹੱਥ ਵਿੱਚ ਹੈ। ਅਸੀਂ ਭਾਵਨਾ ਸ਼ੁੱਧ ਨਹੀਂ ਕਰ ਪਾਉਂਦੇ, ਨਤੀਜਨ ਸਾਡੀ ਕਾਮਨਾਵਾਂ ਅਧੂਰੀਆਂ ਰਹਿ ਜਾਂਦੀਆਂ ਨੇ। ਮਹਾਰਾਜ ਕਹਿਣ ਲੱਗੇ, ਏਕ ਨਦਰ ਕਰ ਵੇਖੇ ਸਭ ਉਪਰ, ਜਿਹਾ ਭਾਵ ਤੇਹਾ ਫਲ ਪਾਈਐ। ਮਹਾਰਾਜ ਫਿਰ ਕਿੱਦਾਂ ਕਰੀਏ? ਕਹਿੰਦੇ ਕਿ ਇੱਕ ਜੁਗਤ ਆਖਰੀ, ਨਾਨਕ ਨਾਮ ਵਸੈ ਮਨ ਅੰਤਰ। ਆਪਣੀਆਂ ਭਾਵਨਾਵਾਂ ਨੂੰ ਸ਼ੁੱਧ ਕਰਨਾ ਹੈ, ਆਪਣੇ ਭਾਗਾਂ ਨੂੰ ਵਿਸਤਾਰ ਦੇਣਾ ਹੈ, ਆਪਣੇ ਭਾਗਾਂ ਨੂੰ ਵੱਡਾ ਕਰਨਾ, ਆਪਣੇ ਪਾਤਰਤਾ ਨੂੰ ਵੱਡਾ ਕਰਨਾ ਹੈ। ਜਿਹਨੂੰ ਕਹਿੰਦੇ ਆਪਣਾ ਭਾਂਡਾ ਸਾਫ਼ ਕਰਨਾ ਹੈ, ਤੇ ਭਾਂਡਾ ਵੱਡਾ ਲੈ ਕੇ ਆਓ। ਜੇ ਬਹੁਤਾ ਲੈ ਕੇ ਜਾਣਾ ਜੇ ਤੇ ਭਾਂਡਾ ਵੱਡਾ ਲੈ ਕੇ ਆਓ ਨਾ। ਆ ਭਾਈ ਸਾਹਿਬ ਮਸਕੀਨ ਸਾਹਿਬ ਕਦੇ ਕਹਿੰਦੇ ਸੀ ਕਿ ਦਰਿਆ ਤੋਂ ਕਿਤਨਾ ਪਾਣੀ ਲਿਆ ਸਕਦੇ ਹੋ ਜਿਤਨਾ ਤੁਹਾਡੇ ਕੋਲ ਭਾਂਡਾ ਹੈ। ਕਿਸੇ ਕੋ ਗਾਗਰ ਹੈ ਤੇ ਗਾਗਰ ਭਰ ਲਏਗਾ, ਕਿਸੇ ਕੋ ਗੜਵਾ ਹੈ ਤੇ ਗੜਵਾ ਭਰ ਲਏਗਾ। ਤੇ ਜੇ ਭਾਈ ਤੁਹਾਨੂੰ ਜ਼ਿਆਦਾ ਜ਼ਰੂਰਤ ਹੈ ਗਾਗਰ ਲੈ ਕੇ ਜਾਓ ਨਾ, ਦਰਿਆ ਤੋਂ ਭਰ ਲਿਓ। ਦਰਿਆ ਮਨਾ ਥੋੜ੍ਹਾ ਕਰਦਾ ਹੈ, ਇੱਥੋਂ ਮਿਲਦਾ ਸਭ ਕੁਝ ਹੈ, ਭਾਂਡਾ ਵੱਡਾ ਲੈ ਕੇ ਆਓ ਨਾ। ਆਪਣਾ ਭਾਂਡਾ ਵੱਡਾ ਕਰੋ, ਆਪਣੀ ਪਾਤਰਤਾ ਨੂੰ ਵਧਾਓ, ਆਪਣੀ ਪਾਤਰਤਾ ਨੂੰ, ਆਪਣੇ ਭਾਂਡੇ ਨੂੰ ਸ਼ੁੱਧ ਕਰੋ। ਕਿਉਂਕਿ ਭਾਂਡਾ ਵੱਡਾ ਵੀ ਹੋਣਾ ਚਾਹੀਦਾ ਹੈ, ਭਾਂਡਾ ਸ਼ੁੱਧ ਵੀ ਹੋਣਾ ਚਾਹੀਦਾ ਹੈ। ਭਾਂਡਾ ਸਤੇ ਭਾਂਡਾ ਕਿਹੜਾ ਹੈ? ਸਾਡਾ ਹਿਰਦਾ। ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਨਹੀਂ ਤਾਂ ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਇਹ ਭਾਂਡੇ ਸਾਡੇ ਕੋਲ ਹੈਗੇ ਨੇ, ਇਹਨੂੰ ਸਾਫ਼ ਕਰੀਏ, ਇਹਨੂੰ ਸ਼ੁੱਧ ਕਰੀਏ, ਇਹਨੂੰ ਵਧਾ ਲਈਏ। ਜਿੰਨਾ ਵਧਾ ਲਾਂਗੇ, ਜਿਉਂ ਜਿਉਂ ਇਹ ਵਧਾਈ ਹੈ, ਤਿਉਂ ਤਿਉਂ ਹਰਸ ਰੰਗ ਉਹਨਾਂ ਮਿਲਦਾ ਜਾਏਗਾ, ਵੱਧਦਾ ਜਾਏਗਾ। ਤੇ ਇੱਥੇ ਟਿਕ ਜਾਈਏ, ਕਿਸ ਹੀ ਕੋਈ ਕੋਏ ਮੰਝ ਨਿਮਾਣੀ, ਇੱਕ ਤੂੰ ਕਿਉਂ ਨਾ ਮਰੀਜੇ ਰੋਏ, ਜਾ ਲਗ ਚਿਤ ਨ ਆਵੇ। ਕਿਸੇ ਦਾ ਕੋਈ ਹੋਏਗਾ, ਮੇਰਾ ਤੇ ਤੂੰ ਹੈ, ਮੈਨੂੰ ਤਾਂ ਤੇਰੇ ਦਰ ਤੋਂ ਸਭ ਕੁਝ ਪ੍ਰਾਪਤ ਹੋਣਾ। ਗੁਰਦੇਵ ਕਿਰਪਾ ਕਰਨ, ਅਸੀਂ ਇਸ ਭਾਵਾਂ 'ਚ ਟਿਕ ਸਕੀਏ, ਆਪਣੇ ਹਿਰਦੇ ਦੀ ਭਾਵਨਾਵਾਂ ਨੂੰ ਨਿਰਮਲ ਕਰ ਸਕੀਏ, ਤੇ ਫਿਰ ਸੁਹੇਲੇ ਹੋ ਸਕਦੇ ਹਾਂ। ਭੁੱਲ ਚੁੱਕ ਦੀ ਖਿਮਾ, ਆਸੀਸ ਤੇ ਪਿਆਰ ਦੇ ਫਤਿਹ ਬੁਲਾਵਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।